ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸਿਕ। ਹਰ ਗੋਬਿੰਦ ਸ਼ੁਭ ਸੁਮਤ ਪਰਕਾਸਿਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਸ੍ਰੀ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰਉ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਆਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਾਕਲ ਛੰਦ ਇਹ ਠਾਕੁਰ ਹਮਰੋ ਭਾਰਾ, ਜੋ ਸਭ ਕੋ ਸਦਾ ਸੰਭਾਰਾ। ਇਹ ਠਾਕੁਰ ਹਮਰੋ ਭਾਰਾ, ਜੋ ਸਭ ਕੋ ਸਦਾ ਸੰਭਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਰਹੇ ਸੰਧਿਆ ਸਮੇਂ ਦੇ ਦੀਵਾਨ ਵਿੱਚ ਆਪ ਜੀ ਸੰਗਤੀ ਰੂਪ ਵਿੱਚ ਹਾਜ਼ਰੀਆਂ ਭਰ ਕੇ ਹਜੂਰ ਦੀ ਧੁਰ ਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ, ਅੰਦਰ ਦੇ ਵਿਕਾਰਾਂ ਨੂੰ ਕੱਟ ਕੇ ਮਨ ਨੂੰ ਟਿਕਾਉਂਦਿਆਂ ਹੋਇਆਂ ਉਸ ਰੱਬ ਦੀ ਦਰਗਾਹ ਵਿੱਚ ਲੈ ਜਾਣ ਦਾ ਸਾਧਨ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਆਂ ਦੀ ਰਸਨਾ ਤੋਂ ਸ਼ਰਵਣ ਕਰ ਰਹੇ ਸੀ। ਲੜੀਵਾਰ ਗੁਰ ਇਤਿਹਾਸ ਨੂੰ ਆਰੰਭ ਕਰਨ ਤੋਂ ਪਹਿਲਾਂ ਦਾਸ ਬੇਨਤੀ ਕਰੇਗਾ, ਕੱਲ ਦੇ ਦੀਵਾਨ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ
ਇੱਕ ਵੱਖਰੇ ਮਜ਼ਹਬ ਦੇ ਨਾਲ ਸੰਬੰਧ ਰੱਖਣ ਵਾਲੇ ਰੱਬ ਦੇ ਢੁੰਡਾਊ ਪੁਰਸ਼ ਨੂੰ ਉਪਦੇਸ਼ ਦਿੰਦਿਆਂ ਸੰਬੋਧਨ ਕਰਦਿਆਂ ਹਾਜੂਰ ਨੇ ਆਸਾ ਰਾਗ ਦੇ ਵਿੱਚ ਪਵਿੱਤਰ ਸ਼ਬਦ ਉਚਾਰਨ ਕੀਤਾ ਸੀ, ਜਿਸ ਦੀ ਆਪ ਜੀ ਨੇ ਵਿਚਾਰ ਕੱਲ ਸ਼ਰਵਣ ਕੀਤੀ ਸੀ। ਹਾਜੂਰ ਨੇ ਕਿਰਪਾ ਕੀਤੀ, ਉਹਦਾ ਦਿਲ ਤੋੜਨ ਦੀ ਬਜਾਏ, ਉਹਦਾ ਮਨ ਤੋੜਨ ਦੀ ਬਜਾਏ ਉਹਦੇ ਚੱਲਦੇ ਹੋਏ ਸਾਧਨਾ ਨੂੰ ਸਰਗਣ ਵਿੱਚੋਂ ਚੁੱਕ ਕੇ ਨਿਰਗੁਣ ਦੇ ਨਾਲ ਜੋੜ ਦਿੱਤਾ। ਅੱਜ ਜਦੋਂ ਕੋਈ ਗੁਰਮਤ ਦਾ ਪ੍ਰਚਾਰ ਕਰਦਾ ਹੈ, ਉਸ ਸਟੇਜ ਤੋਂ ਇਹ ਤਾਂ ਗੱਲਾਂ ਦੱਸਦਾ ਹੈ ਵੀ ਕੀ ਕੁਝ ਨਹੀਂ ਕਰਨ ਯੋਗ, ਪਰ ਕਰਨ ਯੋਗ ਕੀ ਇਹਦੇ ਵਾਸਤੇ ਉਹਨੂੰ ਵੀ ਪਤਾ ਨਹੀਂ ਹੁੰਦਾ। ਖੰਡਨ ਕਰਨਾ ਹਰ ਇੱਕ ਚੀਜ਼ ਨੂੰ ਬੜਾ ਸੁਖਾਲਾ ਹੈ। ਮੁਸੱਵਰ ਨੇ ਤਸਵੀਰ ਬਣਾਈ, ਬਣਾ ਕੇ ਚੁਰਾਹੇ ਵਿੱਚ ਰੱਖ ਦਿੱਤੀ, ਲੋਕਾਂ ਕੋਲੋਂ ਪੁੱਛਣ ਵਾਸਤੇ ਵੀ ਕਿੰਨੀ ਕੁ ਸੋਹਣੀ ਬਣੀ ਹੈ, ਔਰ ਨਾਲ ਹੀ ਥੱਲੇ ਪੈਨਸਲ ਤੇ ਕਾਗਜ਼ ਰੱਖ ਦਿੱਤਾ, ਜੇ ਕੋਈ ਕਿਸੇ ਨੂੰ ਇਹਦੇ ਵਿੱਚ ਦੋਸ਼ ਨਜ਼ਰ ਆਵੇ ਉਹ ਇਹਦੇ ਉੱਤੇ ਲਿਖ ਦੇਵੇ। ਜਦੋਂ ਸ਼ਾਮਾਂ ਨੂੰ ਆ ਕੇ ਦੇਖਿਆ, ਉਹਦਾ ਰੱਖਿਆ ਹੋਇਆ ਕਾਗਜ਼ ਭਰ ਚੁੱਕਾ ਸੀ। ਦੋਸ਼ ਕੱਢਣ ਵਾਲਿਆਂ ਨੇ ਦੋਸ਼ ਕੱਢ ਦਿੱਤਾ। ਅਗਲੇ ਦਿਨ ਨੇ ਇੱਕ ਕੰਮ ਹੋਰ ਕੀਤਾ, ਨਾਲ ਰੰਗ ਤੇ ਬੁਰਸ਼ ਵੀ ਰੱਖ ਦਿੱਤਾ। ਜੇ ਕਿਸੇ ਨੂੰ ਦੋਸ਼ ਨਜ਼ਰ ਆਉਂਦਾ ਹੈ, ਉਹ ਕਿਰਪਾ ਕਰਕੇ ਇਸ ਤਸਵੀਰ ਦੀ ਘਾਟ ਨੂੰ ਪੂਰਾ ਕਰ ਦੇਵੇ। ਫਿਰ ਪੂਰਾ ਕਰਨ ਵਾਲਾ ਕੋਈ ਨਾ ਆਇਆ। ਹਰ ਇੱਕ ਗੱਲ ਦੇ ਵਿੱਚ ਦੋਸ਼ ਕੱਢਣਾ, ਉਹਨੂੰ ਨੀਵਾਂ ਕਰਕੇ ਦਿਖਾਉਣਾ ਬੜਾ ਸੌਖਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਦੱਸਿਆ ਜ਼ਰੂਰ ਹੈ ਵੀ ਤੇਰੇ ਵਿੱਚ ਇਹ ਘਾਟਾਂ ਨੇ, ਪਰ ਉਹਨੂੰ ਅਧੂਰਾ ਕਰਕੇ ਘਰੋਂ ਨਹੀਂ ਕੱਢ ਦਿੱਤਾ। ਉਹਨੂੰ ਦੱਸਿਆ ਪੂਰਾ ਕਿਵੇਂ ਹੋ ਸਕਦਾ ਹੈ, ਤਸਵੀਰ ਮੁਕੰਮਲ ਕਿਵੇਂ ਹੁੰਦੀ ਹੈ। ਤੇਰੇ ਕੋਲ ਸ਼ਰਧਾ ਦੇ ਰੰਗ ਵੀ ਨੇ, ਤੇਰੇ ਕੋਲ ਸਿਦਕ ਦਾ ਬੁਰਸ਼ ਵੀ ਹੈ, ਪਰ ਤਸਵੀਰ ਬਣਾਉਣ ਦਾ ਢੰਗ ਇਹ ਹੈ, ਇਹਨਾਂ ਨੂੰ ਸਹੀ ਥਾਂ ਤੇ ਰੰਗ ਭਰੇਗਾ, ਤਸਵੀਰ ਬੜੀ ਸੋਹਣੀ ਲੱਗੇਗੀ। ਹਜੂਰ ਨੇ ਕਿਰਪਾ ਕੀਤੀ, ਆਪਣੇ ਪਵਿੱਤਰ ਬਾਣੀ ਦੇ ਸ਼ਬਦ ਰਾਹੀਂ ਜੋ ਉਪਦੇਸ਼ ਦ੍ਰਿੜ ਕਰਾਇਆ ਸੀ, ਕੱਲ ਸਰਵਣ ਕੀਤਾ ਸੀ। ਅੱਜ ਦੇ ਦੀਵਾਨ ਵਿੱਚ ਸਤਿਗੁਰੂ ਅੱਗੇ ਜਿਵੇਂ ਬਖਸ਼ਿਸ਼ ਕਰਨਗੇ ਉਹ ਸਰਵਣ ਕਰਾਂਗੇ। ਆਪ ਜੀ ਕਿਰਪਾ ਕਰੋ, ਆਸੀਸ ਬਖਸ਼ੋ, ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਔਰ ਗੁਰਦਰਬਾਰ ਔਰ ਘਰਾਂ ਵਿੱਚ ਬੈਠੀ ਹੋਈ ਸੁਣ ਰਹੀ ਸੰਗਤ, ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ। ਹਾਜੂਰ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ। ਇੱਕ ਵਾਰੀ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਹ ਠਾਕਰ ਹਮਰੋ ਭਾਰਾ। ਹਜੂਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਸੁਣੋ ਪੰਡਤ ਜੀ, ਤੁਸੀਂ ਜਿਸ ਪੱਥਰ ਦੀ ਪੂਜਾ ਕਰਦੇ ਹੋ ਉਹਦੇ ਵਿੱਚ ਕਈ ਦੋਸ਼ ਨੇ। ਉਹ ਛੋਟਾ ਜਿਹਾ ਪੱਥਰ ਦਾ ਟੁਕੜਾ ਹੈ, ਉਹ ਚੱਲ ਨਹੀਂ ਸਕਦਾ, ਉਹ ਸੁਣ ਨਹੀਂ ਸਕਦਾ, ਉਹ ਵੇਖ ਨਹੀਂ ਸਕਦਾ। ਜਿਸ ਠਾਕੁਰ ਦੀ ਅਸੀਂ ਪੂਜਾ ਕਰਦੇ ਹਾਂ, ਜਿਹਨੂੰ 10ਵੇਂ ਜਾਮੇ ਵਿੱਚ ਹਜੂਰ ਕਹਿੰਦੇ ਨੇ ਪੂਜਾ ਅਕਾਲ ਕੀ, ਉਹ ਸਾਡਾ ਅਕਾਲ, ਜਿਹੜਾ ਸਾਡਾ ਸਾਲਗ੍ਰਾਮ, ਉਹ ਤਾਂ ਬਹੁਤ ਵਿਸ਼ਾਲ ਭਾਰੀ ਹੈ। ਜੋ ਸਭ ਕੋ ਸਦਾ ਸੰਭਾਰਾ, ਜੋ ਸਾਰਿਆਂ ਦੀ ਸੰਭਾਲ ਕਰਦਾ ਪਿਆ, ਹਰ ਇੱਕ ਜੀਵ ਦੇ ਅੰਦਰ ਸਮਾਇਆ ਹੈ। ਪ੍ਰਭੂ ਉੱਚਾ ਹੈ, ਉੱਚਾ ਹੈ ਉੱਚਾ। ਉਹ ਤਾਂ ਉੱਚਿਆਂ ਤੋਂ ਵੀ ਉੱਚਾ ਹੈ, ਉਹਨਾਂ ਤੋਂ ਵੀ ਉੱਚਾ ਹੈ। ਉਹਨੂੰ ਜਿੰਨਾ ਵੱਡਾ ਕਹਿ ਸਕੀਏ ਹੋਰ ਉੱਚਾ ਦਿਖਾਈ ਦਿੰਦਾ ਹੈ। ਜਿਹ ਸੰਸਰ ਕੋ ਨਾ ਪਹੁੰਚਾ, ਅੱਜ ਤੱਕ ਕੋਈ ਉਹਦੀ ਬਰਾਬਰੀ ਕਰਨ ਵਾਲਾ, ਉਹਦਾ ਸ਼ਰੀਕ ਨਹੀਂ ਕੋਈ ਪੈਦਾ ਹੋ ਸਕਿਆ ਵੀ ਉਹਦੀ ਬਰਾਬਰੀ ਕਰਕੇ ਕੋਈ ਦਾਵਾ ਕਰੇ। ਹਾਂ, ਜਿਨ੍ਹਾਂ ਨੇ ਕੀਤਾ ਸੀ, ਹਰਨਾਕਸ਼ ਨੇ ਦਾਵਾ ਕੀਤਾ ਸੀ, ਪਰ ਮਾਲਕ ਨੇ ਬਖਸ਼ਿਸ਼ ਕੀਤੀ, ਉਹਨੂੰ ਦਿਖਾ ਦਿੱਤਾ ਕਿ ਤੂੰ ਤਾਂ ਸਮੁੰਦਰ ਦੇ ਸਾਹਮਣੇ ਅਜੇ ਇੱਕ ਤਿਨਕੇ ਦੀ ਨਿਆਈ ਹੈ। ਕੋਈ ਚਾਰ ਰਿੱਧੀਆਂ ਸਿੱਧੀਆਂ, ਹਾਂ, ਉਹਨਾਂ ਨੂੰ ਵੀ ਪ੍ਰਾਪਤ ਕਰਨ ਵਾਸਤੇ ਮਿਹਨਤ ਤਾਂ ਚਾਹੀਦੀ, ਝੁਠਿਆਇਆ ਨਹੀਂ ਜਾ ਸਕਦਾ। ਕੁਝ ਨਾ ਕੁਝ ਧਿਆਨ ਇਕਾਗਰ ਕਰਨਾ ਪੈਂਦਾ। ਬੰਦਾ ਸਿੰਘ ਬਹਾਦਰ ਨੇ ਕੀਤਾ, ਸਭ ਕੁਝ ਕੀਤਾ ਹੈ। ਘਾਲਣਾ ਤੇ ਕੀਤੀ, એનર્ਜੀ ਤੇ ਸੀ ਉਹਦੇ ਕੋਲ, ਤਾਕਤ ਤੇ ਸੀ, ਪਰ ਉਹਦੀ ਦਿਸ਼ਾ, ਉਹਦਾ ਵੇਗ ਗਲਤ ਵਹਿ ਰਿਹਾ ਸੀ। ਗੁਰੂ ਗੋਬਿੰਦ ਸਿੰਘ ਨੇ એનર્ਜੀ ਸਿੱਧੇ ਪਾਸੇ ਕਰ ਦਿੱਤੀ,
ਉਹਨੂੰ ਮਾਰਗ ਦੱਸ ਦਿੱਤਾ ਵੀ ਜਿਸ ਤਾਕਤ ਦਾ ਤੂੰ ਮਾਲਕ ਹੈ ਇਹਦੇ ਨਾਲ ਕੰਮ ਸਵਾਰਿਆ ਜਾ ਸਕਦਾ ਹੈ। ਅੱਗ ਦੇ ਨਾਲ ਘਰ ਨੂੰ ਸਾੜਿਆ ਵੀ ਜਾ ਸਕਦਾ ਹੈ। ਉਸੇ ਅੱਗ ਦੇ ਨਾਲ ਰੋਟੀ ਬਣਾ ਕੇ ਖਾ ਕੇ ਸਰੀਰ ਨੂੰ ਜਿੰਦਾ ਵੀ ਰੱਖਿਆ ਜਾ ਸਕਦਾ ਹੈ। ਐਨਰਜੀ ਹੈ ਅੱਗ ਦੇ ਵਿੱਚ, ਪਰ ਜੇ ਉਹ ਸੀਮਾ ਤੋਂ ਵੱਧ ਜਾਏ ਰਾਖ ਕਰ ਦੇਗੀ। ਜੇ ਉਹਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾਵੇ, ਇਹੀ ਰਿੱਧੀਆਂ ਸਿੱਧੀਆਂ ਪਰਉਪਕਾਰ ਦੇ ਕੰਮ ਆ ਸਕਦੀਆਂ ਹਨ। ਹਮ ਰਿਦ ਮਹਿ ਸਦਾ ਬਸਾਇਓ। ਮਹਾਰਾਜ ਕਹਿੰਦੇ ਹੋ ਜਿਹੜਾ ਸਾਡਾ ਭਾਰਾ ਠਾਕੁਰ ਹੈ, ਹਰ ਇੱਕ ਦੀ ਰੱਖਿਆ ਪਿਆ ਕਰਦਾ ਹੈ। ਅਸੀਂ ਉਹਦੀ ਪੂਜਾ ਕਰਦੇ ਹਾਂ, ਉਹਦੀ ਆਰਤੀ ਉਤਾਰਦੇ ਹਾਂ, ਉਸੇ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਨਿਸ ਦੇ ਉਸ ਨੇ ਕਬਹਿ ਭੁਲਾਇਓ। ਰਾਤ ਦਿਨ ਅਸੀਂ ਉਸੇ ਦੇ ਚਰਨਾਂ ਨਾਲ ਜੁੜੇ ਹਾਂ, ਕਦੀ ਵੀ ਆਪਣੇ ਅੰਦਰੋਂ ਉਹਨੂੰ ਵਿਸਰਨ ਨਹੀਂ ਦਿੱਤਾ। ਗਨ ਦੀਨ ਬੰਦ ਜਗਨਾਥਾ। ਉਹ ਤਾਂ ਐਸਾ ਨਾਥ ਹੈ, ਸਾਰੇ ਜਗਤ ਨੂੰ ਨਥਿਆ ਹੋਇਆ ਹੈ। ਔਰ ਜਿਹੜੇ ਦੀਨ ਬਣ ਜਾਂਦੇ ਨੇ ਉਹਦੇ ਅੱਗੇ ਝੁਕ ਜਾਂਦੇ ਨੇ, ਉਹਨਾਂ ਦੀ ਉਹ ਪ੍ਰਤਪਾਲਨਾ ਕਰਦਾ ਹੈ। ਨਿਜ ਸੇਵਕ ਕੇ ਨਿਤ ਸਾਥਾ। ਔਰ ਹਰ ਇੱਕ ਆਪਣੇ ਸੇਵਕ ਦੇ ਸਦਾ ਅੰਗ ਸੰਗੇ ਅੰਗ ਸੰਗ ਰਹਿੰਦਾ, ਕਦੀ ਇਕੱਲਿਆਂ ਨਹੀਂ ਛੱਡਦਾ। ਕਰ ਪ੍ਰਗਟ ਅਨਭਉ ਰੂਪਾ। ਹਾਂ, ਕਦੇ ਕਦੇ ਉਹ ਆਪਣਾ ਰੂਪ ਪ੍ਰਗਟ ਕਰਕੇ ਆਪਣਾ ਜਲਵਾ ਦਿਖਾ ਦਿੰਦਾ ਹੈ। ਜਦੋਂ ਦੁਨੀਆ ਮੁਨਕਰ ਹੋਣ ਲੱਗਦੀ ਹੈ ਵੀ ਰੱਬ ਨਾਮ ਦੀ ਕੋਈ ਹਸਤੀ ਨਹੀਂ, ਫਿਰ ਉਹ ਕਦੇ ਕਦੇ ਇੱਕ ਵਾਰੀ ਆਪਣਾ ਝਲਕਾਰਾ ਜ਼ਰੂਰ ਦਿਖਾਉਂਦਾ ਹੈ। ਸਿੱਖ ਸੰਗਤਾਂ ਨੂੰ ਯਾਦ ਹੋਵੇਗਾ ਜਦੋਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਈਏ ਤੇ ਦਰਸ਼ਨੀ ਡਿਓੜੀ ਦੇ ਖੱਬੇ ਪਾਸੇ ਉਹ ਚਮਤਕਾਰ ਲਿਖਿਆ ਸੁਨਹਿਰੀ ਅੱਖਰਾਂ ਦੇ ਵਿੱਚ ਵੀ ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਪਿਆ ਹੈ, ਇੱਕ ਪ੍ਰਕਾਸ਼ ਦਾ ਗੋਲਾ ਜਿਹੜਾ ਸਾਹਮਣੇ ਵਾਲੀ ਬਾਹੀ ਤੋਂ ਆ ਕੇ ਉੱਤਰ ਪਹਾੜ ਵਾਲੇ ਪਾਸਿਓਂ ਹੋ ਕੇ ਦੱਖਣ ਵਾਲੇ ਪਾਸੇ ਨਿਕਲ ਗਿਆ। ਇੱਕ ਧਮਾਕਾ ਹੋਇਆ ਅੰਦਰ। ਇਹ ਘਟਨਾ ਉਸ ਦਿਨ ਦੀ ਹੈ ਜਦੋਂ ਅੰਗਰੇਜ਼ਾਂ ਨੇ ਹਰਮੰਦਰ ਸਾਹਿਬ ਨੂੰ ਠੇਕੇ ਤੇ ਚਾੜਨਾ ਸੀ। ਉਹਨਾਂ ਵਾਸਤੇ ਇੱਕ ਬਿਲਡਿੰਗ ਸੀ, ਉਹਨਾਂ ਨੇ ਇਹਦੀ ਨਿਲਾਮੀ ਕੀਤੀ ਵੀ ਕੋਈ ਜਿਤਨਾ ਮਰਜ਼ੀ ਪੈਸਾ ਇਕੱਠਾ ਕਰੇ, ਇੱਥੇ ਗੋਲਕ ਦਾ ਧਨ ਕਮਾਵੇ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਅਸੀਂ ਸਾਲ ਵਾਸਤੇ ਇਹ ਗੁਰੂ ਘਰ ਠੇਕੇ ਤੇ ਚਾੜ ਰਹੇ ਹਾਂ, ਕੱਲ ਨੂੰ ਬੋਲੀ ਹੋਣੀ ਹੈ, ਤੁਸੀਂ ਸਾਰਿਆਂ ਨੇ ਆ ਕੇ ਬੋਲੀ ਦੇਣੀ ਹੈ। ਉਸ ਦਿਨ ਅੰਮ੍ਰਿਤ ਵੇਲੇ ਇਹ ਚਮਤਕਾਰ ਵਾਪਰਿਆ ਸੀਗਾ। ਭਾਈ ਸੰਤੋਖ ਸਿੰਘ ਕਹਿੰਦੇ ਜਿਸ ਗੁਰੂ ਦੇ ਅਸੀਂ ਪੁਜਾਰੀ ਹਾਂ, ਉਸ ਗੁਰੂ ਦਾ ਜਿਹੜਾ ਪਰਮੇਸ਼ਰ ਹੈ ਉਹ ਕਦੇ ਕਦੇ ਆਪਣੇ ਰੂਪ ਨੂੰ ਫਿਰ ਪ੍ਰਗਟ ਕਰਦਾ ਹੈ। ਹੋਏ ਭਗਤਨ ਕੇ ਅਨਰੂਪਾ। ਕਿਉਂ ਕਰਦਾ ਹੈ? ਉਹ ਆਪਣੇ ਭਗਤਾਂ ਦੇ ਅਨੁਸਾਰ ਹੀ ਰਹਿੰਦਾ ਹੈ। ਭਗਤ ਰਵਿਦਾਸ ਜੀ ਐਡੇ ਪਿਆਰ ਵਿੱਚ ਭਜ ਕੇ ਕਹਿੰਦੇ ਨੇ, ਹੇ ਵਾਹਿਗੁਰੂ ਤੈਨੂੰ ਸੱਚ ਦੱਸਾਂ, ਜੋ ਹਮ ਬਾਂਧੇ ਮੋਹ ਫਾਸ, ਤੂੰ ਤਾਂ ਸਾਨੂੰ ਮੋਹ ਦੇ ਬੰਧਨਾਂ ਵਿੱਚ ਬੰਨ ਲਿਆ, ਪਰ ਅਸੀਂ ਵੀ ਤੈਨੂੰ ਬੰਨ ਲਿਆ। ਤੂੰ ਹੀ ਨਹੀਂ ਕੱਲਿਆਂ ਸਾਨੂੰ ਬੰਨਿਆ, ਤੂੰ ਹੋਏਗਾ ਆਪਣੇ ਘਰ ਬੜਾ ਵੱਡਾ ਹੋਏਗਾ। ਇਹ ਅਲਾੜ ਦੀ ਅਵਸਥਾ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾੜ ਲਡਾਇਆ। ਪ੍ਰੇਮ ਤੋਂ ਅਗਲੀ ਡਿਗਰੀ ਦਾ ਨਾਮ ਹੈ, ਪ੍ਰੇਮ ਤੋਂ ਅਗਲੀ ਅਵਸਥਾ ਦਾ ਨਾਮ ਹੈ ਲਾਡ। ਪ੍ਰੇਮ ਦੋ ਮਿੱਤਰਾਂ ਦਾ ਹੁੰਦਾ ਹੈ ਆਪਸ ਵਿੱਚ, ਫਿਰ ਵੀ ਉਹ ਬੜਾ ਸੰਕੋਚ ਕੇ ਬੋਲਦੇ ਨੇ ਵੀ ਹਾਸੇ ਵਿੱਚ ਵੀ ਉਹ ਸ਼ਬਦ ਨਾ ਬੋਲਾਂ ਕਿ ਮਿੱਤਰਤਾ ਦੇ ਵਿੱਚ ਖਟਾਸ ਆ ਜਾਏ। ਪਰ ਜਿਹੜੀ ਪ੍ਰੇਮ ਦੀ ਅਵਸਥਾ ਹੈ ਉਹ ਹੈ ਪਿਓ ਪੁੱਤਰ ਦੀ ਅਵਸਥਾ। ਪੁੱਤਰ ਆਪਣੇ ਪਿਓ ਦੀ ਗੋਦੀ ਵਿੱਚ ਖੇਡਦਾ ਹੈ ਤੇ ਕਦੇ ਕਦੇ ਪਿਓ ਦੀ ਦਾੜੀ ਨੂੰ ਹੱਥ ਵੀ ਪਾ ਲੈਂਦਾ ਹੈ, ਪਰ ਪਿਓ ਕਦੀ ਗੁੱਸਾ ਨਹੀਂ ਕਰਦਾ। ਉਹਨੂੰ ਪਤਾ ਮੇਰਾ ਪੁੱਤਰ ਹੈ, ਮੇਰਾ ਬੱਚਾ ਹੈ, ਅਣਜਾਣ ਹੈ। ਉਹ ਲਾਡ ਲਡਾਉਂਦਾ ਹੈ ਆਪਣੇ ਬੱਚੇ ਦੇ ਨਾਲ। ਭਗਤ ਰਵਿਦਾਸ ਲਾਡ ਲਡਾਉਂਦਿਆਂ ਆਪਣੇ ਮਾਲਕ ਨੂੰ ਕਹਿ ਰਹੇ ਨੇ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਤੂੰ ਤਾਂ ਸਾਨੂੰ ਮੋਹ ਦੇ ਵਿੱਚ ਬੰਨਿਆ, ਅਸੀਂ ਵੀ ਤੈਨੂੰ ਆਪਣੇ ਪ੍ਰੇਮ ਦੇ ਵਿੱਚ ਬੰਨੀ ਬੈਠੇ ਹਾਂ। ਪਰ ਸਾਡੀ ਇੱਕ ਗੱਲ ਯਾਦ ਰੱਖਿਓ, ਅਸੀਂ ਤਾਂ ਤੈਨੂੰ ਜਪ ਕੇ ਛੁੱਟ ਜਾਵਾਂਗੇ, ਤੂੰ ਯਤਨ ਕਰ ਸਾਡੇ ਕੋਲੋਂ ਕਿਵੇਂ ਛੁੱਟੇਗਾ ਜਿਹੜੇ ਪ੍ਰੇਮ ਨਾਲ ਅਸੀਂ ਬੰਨਿਆ ਹੋਇਆ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਅਸੀਂ ਤਾਂ ਤੈਨੂੰ ਆਰਾਧ ਕੇ ਛੁੱਟ ਜਾਵਾਂਗੇ ਮੋਹ ਵਿੱਚੋਂ, ਤੂੰ ਸਾਡੇ ਪਿਆਰ ਦੀਆਂ ਬੰਧਾਂ ਵਿੱਚੋਂ ਨਿਕਲ ਕੇ ਦਿਖਾ। ਹਜੂਰ ਨੇ ਕਿਰਪਾ ਕੀਤੀ। ਬਚਨ ਕਹਿੰਦੇ ਭਾਈ ਸੰਤੋਖ ਸਿੰਘ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਡਤ ਨੂੰ ਕਹਿੰਦੇ, ਉਹ ਜਿਹੜਾ ਭਾਰੀ ਠਾਕੁਰ ਹੈ ਸਾਡਾ,
ਉਹ ਕਦੇ ਕਦੇ ਆਪਣੇ ਪਿਆਰਿਆਂ ਦੇ ਵਸ ਵਿੱਚ ਹੋ ਕੇ ਜਲਵਾ ਦਿਖਾ ਦਿੰਦਾ ਹੈ। ਜਬ ਪੀਰ ਪਰੈ ਕਿਤੇ ਆਈ, ਜਦੋਂ ਕਦੇ ਉਹਦੇ ਪਿਆਰਿਆਂ ਤੇ ਅਚਾਨਚੱਕ ਕੋਈ ਭੀੜ ਪੈ ਜਾਏ, ਨਾ ਸਹਿਣ ਯੋਗ ਉਹਨਾਂ ਤੇ ਕਸ਼ਟ ਆ ਜਾਵੇ, ਜੇ ਆਪਨ ਹਾਥ ਬਚਾਈ। ਉਹ ਫਿਰ ਆਪਣਾ ਹੱਥ ਦੇ ਕੇ ਬਚਾਉਂਦਾ। ਉਹਦਾ ਸੁਭਾਅ ਹੀ ਐਸਾ ਹੈ, ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਉਹ ਕਿਵੇਂ ਦੁੱਖ ਪਾਏਗਾ ਜਿਹਦੇ ਸਿਰ ਦਾ ਸੁਆਮੀ ਉਹ ਬਣ ਚੁੱਕਾ ਹੈ। ਉਹ ਆਪਣੇ ਪਿਆਰਿਆਂ ਨੂੰ ਕਦੇ ਕਸ਼ਟ ਨਹੀਂ ਆਉਣ ਦਿੰਦਾ। ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ RAM ਰਾਜੇ। ਤੇ ਇਹ ਵੀ ਕਦੀ ਨਹੀਂ ਸੋਚਣਾ ਵੀ ਹਨੇਰ ਪੈ ਗਿਆ, ਹੁਣ ਕੋਈ ਕਮਾਈ ਵਾਲਾ ਰਿਹਾ ਨਹੀਂ। ਹਰ ਇੱਕ ਯੁੱਗ ਦੇ ਵਿੱਚ ਹਰ ਇੱਕ ਸਮੇਂ ਕੋਈ ਨਾ ਕੋਈ ਕਮਾਈ ਵਾਲਾ ਹਾਜ਼ਰ ਰਹਿੰਦਾ ਇਸ ਧਰਤੀ ਤੇ। ਸੰਤ ਤੁਜੀ ਤਨ ਸੰਗਤ ਪ੍ਰਾਨ, ਕਿਉਂਕਿ ਧਰਤੀ ਟੇਕ ਹੀ ਨਹੀਂ ਸਕਦੀ ਉਹਦੇ ਨਾਮ ਤੋਂ ਬਿਨਾਂ। ਤੇ ਉਹਦੇ ਨਾਮ ਨੂੰ ਜਪਣ ਵਾਲਾ ਭਗਤ ਰੱਬ ਦੀ ਹੋਂਦ ਦਾ ਲਖਾਇਕ ਹੈ ਭਗਤ ਵਸ਼ਲ ਤਿਸ ਨਾਮੂ। ਮਹਾਰਾਜ ਕਹਿੰਦੇ ਪੰਡਤ ਜੀ, ਸਾਡੇ ਠਾਕੁਰ ਦਾ ਨਾਮ ਹੈ ਭਗਤ ਵਸ਼ਲ। ਜਿਵੇਂ ਇੱਕ ਗਊ ਆਪਣੇ ਵੱਛੇ ਨੂੰ ਪਿਆਰ ਕਰਦੀ, ਉਹਦੇ ਪਿਆਰ ਵਿੱਚ ਵੱਜੀ ਹੋਈ ਜਿਸ ਪਾਸੇ ਉਹ ਭੱਜ ਜਾਂਦੀ ਏ, ਭਗਤ ਬੇਪਰਵਾਹ ਹੋ ਕੇ ਫਿਰਦੇ ਨੇ, ਮਾਲਕ ਉਹਨਾਂ ਦੇ ਪਿੱਛੇ ਚੱਲਦਾ ਹੈ। ਗਨ ਦੀਨ ਬੰਦ ਅਬਿਰਹਮੂ। ਹਾਂ, ਉਹ ਆਪਣੇ ਪਿਆਰਿਆਂ ਦਾ, ਦੀਨਾਂ ਦਾ ਬੜੇ ਸੋਹਣੇ ਢੰਗ ਦੇ ਨਾਲ ਪਾਲਣ ਪੋਸ਼ਣ ਕਰਨ ਵਾਲਾ ਹੈ। ਸੋ ਸਦਾ ਗਰੀਬ ਨਿਵਾਜਾ। ਉਹ ਤਾਂ ਸਦਾ ਹੀ ਗਰੀਬ ਨਵਾਜ ਹੈ, ਹੰਕਾਰੀਆਂ ਦਾ ਨਿਵਾਜ ਨਹੀਂ ਕਰਦਾ। ਗਰੀਬ ਨਵਾਜ ਉਹਦਾ ਨਾਮ ਹੈ। ਤੇ ਗਰੀਬ ਦਾ ਅਰਥ ਪਾਟੇ ਕੱਪੜੇ ਪਾਉਣ ਵਾਲਾ ਨਹੀਂ, ਜਿਹਦੇ ਹਿਰਦੇ ਦੇ ਵਿੱਚ ਗਰੀਬੀ ਹੈ। ਸਭ ਕੁਝ ਹੈ ਉਹਦੇ ਕੋਲ, ਪਰ ਫਿਰ ਵੀ ਝੁਕਿਆ ਹੋਇਆ ਹੈ। ਜਦੋਂ ਬੇਰਾਂ ਵਿੱਚ ਰਸ ਭਰ ਜਾਏ, ਬੇਰੀ ਝੁਕ ਜਾਂਦੀ ਹੈ। ਉਹਦੇ ਝੁਕਣ ਦੇ ਅਰਥ ਇਹ ਨੇ, ਮਤ ਹੁੰਦੀ ਹੋਏ ਇਆਣਾ ਇਹ ਝੁਕਿਆ ਹੋਇਆ ਹੈ। ਅੰਦਰ ਦੀ ਗਰੀਬੀ ਇਹ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਇਹ ਹੈ ਉਹਦਾ ਪਿਆਰਾ ਜਿਹੜਾ ਝੁਕਿਆ ਹੋਇਆ ਹਿਰਦੇ ਦੀ ਗਰੀਬੀ ਨਾਲ। ਜਿਹੜੇ ਗਰੀਬ ਬਣ ਜਾਂਦੇ ਨੇ ਉਹਨਾਂ ਦੀ ਫਿਰ ਉਹ ਗਰੀਬ ਨਿਵਾਜੀ ਕਰਦਾ ਹੈ। ਬਹੁ ਅਦਮ ਉਦਾਹਰਨ ਕਾਜਾ। ਮਹਾਰਾਜ ਕਹਿੰਦੇ ਆ, ਅਨੇਕਾਂ ਐਸੀਆਂ ਅਦਮ ਜਾਤੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਤਿਰਸਕਾਰ ਭ੍ਰਿਸ਼ਟ ਕਹਿ ਕੇ ਪਾਸੇ ਧੱਕ ਦਿੱਤਾ, ਉਹਨੇ ਉਹਨਾਂ ਨੂੰ ਵੀ ਬਖਸ਼ਿਆ ਹੈ। ਕਵਿਤ ਪ੍ਰਭ ਮਧੂਸੂਦਨ ਗੋਬਿੰਦ ਦਇਆ ਨਿਧ। ਹਾਜ਼ੂਰ ਕਹਿੰਦੇ ਜਿਹੜਾ ਸਾਡਾ ਪ੍ਰਭੂ ਹੈ ਮਧੂਸੂਦਨ, ਮਦ ਕੈਟਪ ਇਤ ਆਦਿਕ ਰਾਖਸ਼ਾਂ ਦਾ ਨਾਸ ਕਰਨ ਵਾਲਾ ਸਾਡਾ ਪ੍ਰਭੂ ਮਧੂਸੂਦਨ ਗੋਬਿੰਦ, ਧਰਤੀ ਦਾ ਸਹਾਰਾ, ਦਇਆ ਨਿਧ, ਉਹ ਦਇਆ ਦਾ ਖਜ਼ਾਨਾ ਹੈ। ਹਰ ਮਾਧਵ ਮੁਕੰਦ ਦੁਖ ਦੁੰਦ ਕੇ ਕਟਈਆ ਹੈ। ਹਾਂ, ਉਹ ਸਾਰਿਆਂ ਦੇ ਦੁੱਖਾਂ ਨੂੰ ਕੱਟਣਹਾਰ ਹੈ। ਸਰੀਪਤ ਅਖਲ ਪਤ ਮਹਿਤ ਜਗਤ ਪਤ। ਉਹ ਸ੍ਰੀਪਤ ਮਾਇਆ ਦਾ ਪਤੀ ਹੈ, ਅਖਲ ਪਤ ਸਾਰਿਆਂ ਦਾ ਹੀ ਵੱਡਾ ਪਤੀ ਹੈ, ਮਹਿਦ ਜਗਤ ਪਤ ਸਾਰੇ ਜਗਤ ਦਾ ਉਹ ਵੱਡਾ ਸੁਆਮੀ ਹੈ। ਸੀਤਾਪਤ ਰਮਾਪਤ ਸੇਵਕ ਸਹਈਆ ਹੈ। ਆਓ ਆਪੇ ਹੀ ਸੀਤਾ ਦਾ ਪਤੀ ਹੈ ਤੇ RAM ਦੇ ਰੂਪ ਦੇ ਵਿੱਚ ਵੀ ਉਹ ਆਪ ਹੀ ਟਿਕਿਆ, ਸਾਰੇ ਸੇਵਕਾਂ ਦਾ ਸਹਾਈ ਹੈ। ਈਸ਼ਰੇ ਆਨੰਦ ਰੂਪ ਚੁੱਤ ਅਨੂਪ ਗੁਰ। ਉਹ ਈਸ਼ਵਰ ਆਨੰਦ ਸਰੂਪ ਹੈ, ਅਚੁੱਤ ਅਨੂਪ, ਉਪਮਾ ਤੋਂ ਰਹਿਤ ਹੈ। ਭੂਪਨ ਕੋ ਭੂਪਤ ਹੰਕਾਰ ਕੇ ਹਰਈਆ ਹੈ। ਔਰ ਰਾਜਿਆਂ ਦੇ ਉੱਤੇ ਰਾਜ ਕਰਨ ਵਾਲੇ, ਮਹਾਰਾਜਿਆਂ ਦੇ ਵੀ ਹੰਕਾਰ ਨੂੰ ਦੂਰ ਕਰਨ ਵਾਲਾ ਹੈ। ਪਾਰ ਬ੍ਰਹਮ ਪੂਰਨ ਅਨੇਕ ਰਿਪ ਚੂਰਨ। ਉਹ ਪਾਰ ਬ੍ਰਹਮ ਸਰੂਪ ਐਸਾ ਦਿਆਲੂ ਹੈ, ਐਸਾ ਸ਼ਕਤੀਵਾਨ ਹੈ, ਹਰ ਇੱਕ ਹੰਕਾਰੀ ਦਾ ਚੂਰਨ ਬਣਾਉਣ ਦੀ ਸਮਰੱਥਾ ਰੱਖਣ ਵਾਲਾ। ਅਨੰਤ ਕਰਤਾਰ ਸਭ ਜੀਵਨ ਦੇਵਈਆ ਹੈ। ਆਓ ਅਨੰਤ ਕਰਤਾਰ ਸਰੂਪ ਸਾਰਿਆਂ ਨੂੰ ਜੀਵਨ ਬਖਸ਼ਣ ਵਾਲਾ ਹੈ। ਦੋਹਰਾ ਇਸ ਪ੍ਰਕਾਰ ਠਾਕੁਰ ਪ੍ਰਭੂ ਸਾਲ ਗਰਾਮ ਵਿਸਾਲ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਿਸ ਦੀ ਉਪਾਸਨਾ ਦੇ ਵਿੱਚ ਮਹਾਰਾਜ ਜੁੜਦੇ ਨੇ, ਉਸ ਵਿਸ਼ਾਲ ਠਾਕੁਰ ਦੀ ਮਹਿਮਾ ਨੂੰ ਬਿਆਨ ਕਰ ਰਹੇ ਹਨ। ਸ੍ਰੀ ਗੁਰੂ ਅਰਜਨ ਬਰਨਿਓ ਸੁਨਤ ਵਿਪਰ ਦਿਸ ਕਾਲ। ਉਸ ਸਮੇਂ ਭਾਈ ਸੰਤੋਖ ਸਿੰਘ ਕਹਿੰਦੇ, ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਆਏ ਹੋਏ ਪੰਡਤ ਦੀ ਨਿਸ਼ਾ ਕਰਾਈ, ਬਾ ਦਲੀਲ ਜੁਗਤੀਆਂ ਦੇ ਨਾਲ ਉਸ ਦੇ ਹੰਕਾਰ ਨੂੰ ਖੰਡਨ ਕੀਤਾ ਹੈ। ਤੇ ਜਦੋਂ ਇਹ ਸਾਖੀ ਖਤਮ ਹੁੰਦੀ ਹੈ, ਇਹਦੇ ਥੱਲੇ ਇੱਕ ਨੋਟ ਲਿਖਿਆ ਹੋਇਆ ਹੈ ਵੀ ਇਹ ਸਾਖੀ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਨਹੀਂ, ਅਸਲ ਵਿੱਚ ਬਾਅਦ ਵਿੱਚ ਜਦੋਂ ਭੇਖੀਆਂ ਦੇ ਕੋਲ ਹਰਮੰਦਰ ਸਾਹਿਬ ਦਾ ਪ੍ਰਬੰਧ ਆਇਆ
ਉਦੋਂ ਇਹ ਲੋਕ ਉੱਥੇ ਮੂਰਤੀਆਂ ਲੈ ਕੇ ਬੈਠਦੇ ਸਨ। ਇਹ ਗੱਲ ਬਾਅਦ ਵਿੱਚ ਪ੍ਰਚਲਿਤ ਹੋਈ ਤੇ ਠੀਕ ਵੀ ਹੈ। ਯਾਦ ਰੱਖਿਓ, ਜਦੋਂ ਅੰਗਰੇਜ਼ ਰਾਜ ਦਾ ਸਮਾਂ ਸੀ, ਉਹਨਾਂ ਨੇ ਜਿਹੜੇ ਗ੍ਰੰਥੀ ਲਾਉਣੇ ਸ਼ੁਰੂ ਕੀਤੇ ਸਨ ਜਾਂ ਸਿੰਘ ਸਾਹਿਬ ਬਣਾਉਣੇ ਸ਼ੁਰੂ ਕੀਤੇ ਸਨ ਦਰਬਾਰ ਸਾਹਿਬ, ਉਹ ਉਹਨਾਂ ਦੇ ਹੀ ਕਰਿੰਦੇ ਲੱਗਦੇ ਸਨ ਜਿਹੜੇ ਉਹਨਾਂ ਦੀ ਚਾਪਲੂਸੀ ਕਰ ਸਕਣ। ਜਰਨਲ ਡਾਇਰ, ਜਿਹਨੂੰ ਅੱਜ ਸਾਰਾ ਜਗਤ ਲਾਹਣਤਾਂ ਪਾਉਂਦਾ ਹੈ, ਉਸ ਸਮੇਂ ਦੇ ਪੁਜਾਰੀਆਂ ਨੇ ਉਹਨੂੰ ਵੀ ਸਰੋਪਾ ਦਿੱਤਾ ਸੀ। ਜਦੋਂ ਉਹ ਇਹ ਕੁਝ ਕਰਕੇ ਉਹ ਦਰਬਾਰ ਸਾਹਿਬ ਆਇਆ ਸੀ, ਉਹਨਾਂ ਦੇ ਚਲਾਏ ਹੋਏ ਇਹ ਪ੍ਰਬੰਧ ਦੇ ਵਿੱਚ ਉੱਥੇ ਵਿਪਰਨ ਕੀ ਰੀਤ ਪ੍ਰਚਲਿਤ ਹੋ ਗਈ ਸੀ। ਆਮ ਲੋਕ ਵੀ ਉੱਥੇ ਪਰਿਕਰਮਾ ਵਿੱਚ ਮੂਰਤੀਆਂ ਖੜੀਆਂ ਕਰਕੇ, ਧੂਫ ਲਾ ਕੇ, ਸ਼ੰਖ ਵਜਾ ਕੇ ਉੱਤੇ ਉਹਨਾਂ ਦੀ ਪੂਜਾ ਕਰਨ ਲੱਗ ਪਏ ਸਨ। ਇਹ ਫਿਰ ਜਦੋਂ ਸਿੰਘ ਸਭਾ ਲਹਿਰ ਉੱਠੀ, ਗਿਆਨੀ ਦਿੱਤ ਸਿੰਘ ਨੇ ਪ੍ਰਚਾਰ ਕੀਤਾ, ਉਦੋਂ ਇਹ ਮੂਰਤੀਆਂ ਸਰੋਵਰ ਦੇ ਕੰਢੇ ਤੋਂ ਚੁੱਕਣੀਆਂ ਆਰੰਭ ਹੋਈਆਂ ਤੇ ਝਗੜਾ ਬੜਾ ਵੱਡਾ ਪੈ ਗਿਆ। ਦਾਅਵਾ ਕਰ ਦਿੱਤਾ ਪੰਡਤਾਂ ਨੇ ਵੀ ਇਹ ਤੇ ਸਾਡਾ ਪੁਰਾਤਨ ਸਥਾਨ ਹੈ, ਇੱਥੇ ਤਾਂ ਸਾਡੇ ਦੇਵਤਿਆਂ ਨੇ ਅੰਮ੍ਰਿਤ ਦੱਬਿਆ ਸੀ, ਇਹਦੇ ਉੱਤੇ ਅਧਿਕਾਰ ਸਾਡਾ ਹੈ। ਜਦੋਂ ਝਗੜਾ ਆਪਸ ਵਿੱਚ ਵਧਣ ਲੱਗਾ, ਉਹਦਾ ਹੱਲ ਇਹ ਕੀਤਾ ਗਿਆ। ਅੰਗਰੇਜ਼ਾਂ ਨੇ ਕੀ ਕੀਤਾ, ਜਿਹੜਾ ਅੱਜ ਤੁਸੀਂ ਮੰਦਿਰ ਦੇਖਦੇ ਹੋ, ਦੁਰਗਿਆਣਾ ਮੰਦਿਰ, ਉਹ ਦਰਬਾਰ ਸਾਹਿਬ ਜੀ ਦੀ ਸ਼ਕਲ ਦਾ ਬਣਾਇਆ ਹੋਇਆ ਹੈ। ਉਹਨਾਂ ਕੀ ਕੀਤਾ ਵੀ ਠੀਕ ਹੈ, ਝਗੜਾ ਖਤਮ ਹੋ ਸਕਦਾ, ਆਪਾਂ ਇਹਦੇ ਵਰਗਾ ਤੁਹਾਨੂੰ ਵੱਖਰਾ ਬਣਾ ਦਿੰਨੇ ਆ, ਝਗੜੋ ਨਾ। ਤੁਸੀਂ ਆਪਣੀਆਂ ਮੂਰਤੀਆਂ ਉੱਥੇ ਰੱਖ ਕੇ ਤੇ ਆਪਣੀ ਆਰਤੀ ਉਤਾਰ ਲਿਆ ਕਰੋ, ਸਿੱਖ ਆਪਣੀ ਮਰਜ਼ਾਦਾ ਇੱਥੇ ਨਿਭਾ ਲਿਆ ਕਰਨਗੇ। ਇਹ ਦੁਰਗਿਆਣਾ ਮੰਦਿਰ ਉਦੋਂ ਈਰਖਾ ਵਸ ਹੋ ਕੇ ਹੋਂਦ ਵਿੱਚ ਆਏ, ਦਾ ਕੋਈ ਪੁਰਾਤਨ ਇਤਿਹਾਸ ਨਹੀਂ ਹੈ। ਇਹ ਸਿਰਫ ਆਪਣੀ ਇੱਕ ਜਿੱਦ ਨੂੰ ਪੁਗਾਉਣ ਦਾ ਵਸੀਲਾ ਸੀ। ਹਰਿਮੰਦਰ ਸਾਹਿਬ ਦੇ ਟਾਕਰੇ ਤੇ ਪੂਜਾ ਕਰਾਉਣ ਦੀ ਇੱਕ ਮਨਸ਼ਾ ਸੀ, ਹੋਰ ਇਹਦੇ ਨਾਲ ਕੋਈ ਇਤਿਹਾਸ ਨਹੀਂ ਜੁੜਿਆ। ਹਜੂਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਵੇਲੇ ਵੀ ਲੋਕ ਦਾਅਵਾ ਕਰਦੇ ਸਨ ਮੂਰਤੀਆਂ ਲੈ ਕੇ ਵੀ ਇਹ ਤਾਂ ਉਹੀ ਅੰਮ੍ਰਿਤ ਦਾ ਤਾਲ ਹੈ ਜਿਹੜਾ ਸਾਡੇ ਪੂਰਵਜਾਂ ਨੇ ਪ੍ਰਗਟ ਕੀਤਾ ਹੈ। ਪਰ ਪਾਤਸ਼ਾਹ ਨੇ ਕਿਰਪਾ ਕਰਕੇ ਉਦੋਂ ਵੀ ਵਿਪਰਨ ਕੀ ਰੀਤ ਨੂੰ ਉੱਥੇ ਪ੍ਰਚਲਿਤ ਨਾ ਹੋਣ ਦਿੱਤਾ। ਦੋਹਰਾ ਸੁਨ ਕਰ ਬੋਲਿਓ ਵਿਪਰ ਤਬ, ਭਾਖਾ ਬਾਣੀ ਇਹ। ਜਦੋਂ ਗੁਰੂ ਮਹਾਰਾਜ ਨੇ ਆਪਣੇ ਸ਼ਬਦ ਦੇ ਰਾਹੀਂ ਉਪਦੇਸ਼ ਦਿੱਤਾ ਤੇ ਬਾਣੀ ਦੇ ਬੋਲ ਬੜੇ ਸਧਾਰਨ ਸਨ, ਵਿਆਖਿਆ ਕਰਨ ਦੀ ਲੋੜ ਨਹੀਂ ਸੀ। ਲੋਕ ਭਾਸ਼ਾ ਦੇ ਵਿੱਚ ਉਹ ਸ਼ਬਦ ਸੀਗਾ। ਉਸ ਸਮੇਂ ਭਾਸ਼ਾ ਹੀ ਪ੍ਰਚਲਿਤ, ਇਸ ਤਰ੍ਹਾਂ ਹੀ ਸ਼ਬਦ ਬੋਲੇ ਜਾਂਦੇ ਸਨ। ਸੁਣ ਕੇ ਵਿਪਰ ਕਹਿਣ ਲੱਗਾ, ਮਹਾਰਾਜ ਜਿਹੜਾ ਤੁਸਾਂ ਆਪਣੇ ਠਾਕੁਰ ਦਾ ਸਰੂਪ ਵਰਣਨ ਕੀਤਾ ਹੈ, ਜਿਸ ਬੋਲ ਬਾਣੀ ਵਿੱਚ ਤੁਸਾਂ ਨੇ ਸ਼ਬਦ ਉਚਾਰੇ, ਤਾਂ ਆਮ ਲੋਕਾਂ ਦੀ ਭਾਸ਼ਾ ਹੈ। ਸੰਸਕ੍ਰਿਤ ਹਮ ਕਹਿ ਰੁਚੈ, ਪਠੈ ਸੁਨੈ ਧਰਨੇ। ਮਹਾਰਾਜ ਅਸੀਂ ਤਾਂ ਵਿਦਵਾਨ ਲੋਕ ਹਾਂ, ਅਸੀਂ ਸੰਸਕ੍ਰਿਤ ਨੂੰ ਪੜ੍ਹਨ ਵਾਲੇ ਹਾਂ। ਸਾਡੀ ਇੱਛਾ, ਸਾਡੀ ਰੁਚੀ, ਸਾਨੂੰ ਉਹੀ ਪੜ੍ਹਨ ਦੇ ਵਿੱਚ ਸਵਾਦ ਆਉਂਦਾ ਹੈ। ਇਸ ਕਰਕੇ ਜਿਸ ਲੋਕ ਭਾਸ਼ਾ ਵਿੱਚ ਤੁਸੀਂ ਆਪਣਾ ਗਿਆਨ ਪ੍ਰਗਟ ਕਰ ਰਹੇ ਹੋ, ਇਹ ਤਾਂ ਉਸ ਗੁਰਮੁਖ ਨੂੰ ਨਮਸਕਾਰ। ਭਾਈ ਵੀਰ ਸਿੰਘ ਸਾਹਿਬ, ਜਿਨ੍ਹਾਂ ਨੇ ਸਿੱਖੀ ਦਾ ਮਹਾਨ ਲਿਟਰੇਚਰ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ, ਬੜਾ ਅਮੁੱਲਕ ਖਜ਼ਾਨਾ ਦੇ ਗਏ ਕੌਮ ਨੂੰ। ਵਰਨਾ ਇਹਨੂੰ ਗਵਾਰਾਂ ਦੀ ਭਾਸ਼ਾ ਸਮਝਿਆ ਜਾਂਦਾ ਸੀ ਵੀ ਆਮ ਪੇਂਡੂਆਂ ਦੀ ਬੋਲੀ ਹੈ, ਕਿਹੋ ਜਿਹੇ ਸ਼ਬਦ ਨੇ। ਪੰਜਾਬੀ ਕੋਲ ਤਾਂ ਸ਼ਬਦ ਹੀ ਨਹੀਂ ਵੀ ਚੰਗੀਆਂ ਕਵਿਤਾਵਾਂ ਇਹਦੇ ਵਿੱਚ ਲਿਖੀਆਂ ਜਾਣ। ਪਰ ਭਾਈ ਸਾਹਿਬ ਨੇ ਸਾਰਿਆਂ ਦਾ ਮੂੰਹ ਮੋੜ ਕੇ ਰੱਖ ਦਿੱਤਾ। ਐਸੇ ਸੋਹਣੇ ਸੋਹਣੇ ਲੇਖ ਲਿਖੇ, ਕਵਿਤਾਵਾਂ ਲਿਖੀਆਂ, ਛੰਦ ਲਿਖੇ, ਸ਼ਲੋਕ ਲਿਖੇ, ਚੌਪਈਆਂ ਉਚਾਰੀਆਂ ਕਿ ਵਿਰੋਧੀਆਂ ਦਾ ਮੂੰਹ ਬੰਦ ਕਰ ਦਿੱਤਾ। ਐਸੇ ਢੰਗ ਨਾਲ ਰੂਹਾਨੀਅਤ ਨੂੰ ਪੰਜਾਬੀ ਦੇ ਵਿੱਚ ਕਾਵਿ ਰੂਪ ਵਿੱਚ ਬਿਆਨ ਕਰਦੇ ਰਹੇ। ਹਾਕਲ ਛੰਦ ਪ੍ਰਮਾਨ ਕਰੈ ਤਿਸ ਕੇਰਾ। ਕਹਿ ਲੱਗੇ, ਮਹਾਰਾਜ ਜੇ ਮੈਨੂੰ ਉਪਦੇਸ਼ ਦੇਣਾ ਹੈ ਤੇ ਮੇਰੀ ਭਾਸ਼ਾ ਹੈ ਸੰਸਕ੍ਰਿਤ, ਤੇ ਤੁਸੀਂ ਮੈਨੂੰ ਉਸ ਭਾਸ਼ਾ ਦੇ ਰਾਹੀਂ ਉਪਦੇਸ਼ ਦੇ ਸਕਦੇ ਹੋ। ਕਲਿਆਣ ਸੁਦੇ ਤਿਉ ਚੇਰਾ। ਕਿਉਂਕਿ ਸੰਸਕ੍ਰਿਤ ਬੋਲੀ ਵਿੱਚ ਹੀ ਇਸ ਸਮਰੱਥਾ ਹੈ ਕਿ ਉਹ ਜੀਵ ਦਾ ਕਲਿਆਣ ਕਰ ਸਕੇ। ਸੁਰਬਾਨੀ ਜਾਨੋ ਸੋਈ। ਕਿਉਂਕਿ ਸਾਰਿਆਂ ਨੂੰ ਪਤਾ ਹੈ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਉਹ ਦੇਵਤਿਆਂ ਦੀ ਬਾਣੀ ਹੈ। ਪਠ ਵਿਦਿਆ ਲੈ ਸਭ ਕੋਈ। ਉਸੇ ਵਿਦਿਆ ਨੂੰ ਉਸੇ ਬੋਲੀ ਵਿੱਚ ਪੜ੍ਹ ਕੇ ਹੀ ਅੱਜ ਤੱਕ ਕੋਈ ਬ੍ਰਹਮ ਗਿਆਨੀ ਬਣ ਸਕਿਆ, ਹੋਰ ਤਾਂ ਕੋਈ ਹੈ ਹੀ ਨਹੀਂ। ਇਸ ਵਿਰੋਧ ਦਾ ਸਾਹਮਣਾ ਕਬੀਰ ਸਾਹਿਬ ਨੂੰ ਵੀ ਕਰਨਾ ਪਿਆ ਸੀ। ਉਹਨਾਂ ਵੀ ਜਦੋਂ ਲੋਕਾਂ ਦੀ ਭਾਸ਼ਾ ਦੇ ਵਿੱਚ ਉਸ ਬ੍ਰਹਮ ਗਿਆਨ ਨੂੰ ਪ੍ਰਗਟ ਕੀਤਾ ਤੇ ਪੰਡਤ ਇਕੱਠੇ ਹੋ ਕੇ ਆ ਗਏ। ਕਹਿੰਦੇ ਇਹ ਕੀ ਹੋਏ, ਇਹ ਸ਼ਬਦ ਕੋਈ ਕਲਿਆਣਕਾਰੀ ਥੋੜੀ ਨੇ, ਤਾਂ ਲੋਕਾਂ ਦੀ ਬੋਲੀ ਵਿੱਚ ਲੋਕਾਂ ਦੇ ਲਿਖੇ ਹੋਏ ਗੀਤ ਨੇ। ਕਬੀਰ ਸਾਹਿਬ ਕਹਿੰਦੇ ਠੀਕ ਹੈ, ਲੋਕ ਜਾਣੇ ਇਹ ਗੀਤ ਹੈ,
ਇਹ ਤੋ ਬ੍ਰਹਮ ਵਿਚਾਰ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਇਹਨੂੰ ਪੜ੍ਹ ਕੇ ਤਾਂ ਦੇਖੋ, ਤੁਹਾਡੀ ਨਜ਼ਰ ਦੇ ਵਿੱਚ ਆਮ ਗੀਤ ਨੇ, ਇਹਨਾਂ ਦੀ ਕਮਾਈ ਕਰਕੇ ਦੇਖੋ, ਤੁਹਾਨੂੰ ਵੀ ਪਰਮ ਗਤੀ ਪ੍ਰਾਪਤ ਹੋਵੇਗੀ। ਕਿਆ ਭਾਖਿਆ ਤੇ ਹੋਏ ਜਾਵੇ। ਕਹਿ ਲੱਗਾ ਮਹਾਰਾਜ ਇਹ ਸੰਸਕ੍ਰਿਤ ਨਹੀਂ, ਸੰਸਕ੍ਰਿਤ ਦੇ ਵਿੱਚ ਦੇਵ ਬਾਣੀ ਦੇ ਵਿੱਚ ਹੀ ਬ੍ਰਹਮ ਗਿਆਨ ਹੁੰਦਾ ਹੈ ਤੇ ਜੀਵ ਮੋਹ ਤੋਂ ਉੱਚਾ ਉੱਠਦਾ ਹੈ। ਤੁਸੀਂ ਆਮ ਬੋਲੀ ਵਰਤਦੇ ਹੋ, ਇਸ ਨੂੰ ਪੜਿਆ ਕੀ ਹੋਏਗਾ। ਜਿਹ ਲੋਕ ਨਹੀਂ ਮੰਨ ਲਿਆਵੇ। ਹਾਂ, ਅਸੀਂ ਜਿਹੜੇ ਪੰਡਤ ਲੋਕ ਹਾਂ, ਜਿਹੜੇ ਗੁਣੀ ਗਿਆਨੀ ਨੇ, ਉਹ ਇਸ ਬਾਣੀ ਦੇ ਉੱਤੇ ਸ਼ਰਧਾ ਨਹੀਂ ਲਿਆਉਣਗੇ। ਕਿਮ ਕਰ ਹੈ ਸ਼ੁਭ ਗਤ ਇਹੀ। ਕਹਿਣ ਲੱਗੇ ਕਿਸ ਤਰ੍ਹਾਂ ਫਿਰ ਇਹ ਸ਼ੁਭ ਕਰਮ ਕਿਵੇਂ ਹੋਏਗਾ, ਕਿਵੇਂ ਲੋਕਾਂ ਦੀ ਆਮ ਬੋਲੀ ਦੇ ਰਾਹੀਂ ਕਲਿਆਣ ਹੋਵੇਗੀ। ਜਿਸ ਵਿਖੇ ਜੁਗਤ ਨਹਿ ਕੇਹੀ। ਔਰ ਇਹਦੇ ਵਿੱਚ ਕੋਈ ਐਸੀ ਜੁਗਤੀ ਵੀ ਦਿਖਾਈ ਨਹੀਂ ਦਿੰਦੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇਖੋ, ਜਿਹੜੀ ਔਕੜ ਉਸ ਸਮੇਂ ਪੰਡਤ ਨੂੰ ਆ ਰਹੀ ਹੈ, ਉਹਨੂੰ ਮਹਾਰਾਜ ਨੇ ਪਹਿਲਾਂ ਹੀ ਬਿਆਨ ਕੀਤਾ ਹੈ। ਹਾਜ਼ੂਰ ਕਹਿੰਦੇ ਗਾਵੇ ਕੋ ਤਾਣ, ਹੋਵੇ ਕਿਸੇ ਤਾਣ, ਗਾਵੇ ਕੋ ਦਾਤ, ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਔਖੀ ਵਿਦਿਆ ਦੇ ਰਾਹੀਂ ਕਈ ਉਹਨੂੰ ਗਾਉਂਦੇ ਨੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਹੀ ਉਹਦਾ ਦੀਦਾਰ ਹੋ ਸਕਦਾ ਹੈ। ਇਹੀ ਹੁਣ ਪੰਡਤ ਦੇ ਮਨ ਦੇ ਵਿੱਚ ਹੈ ਕਿ ਮਹਾਰਾਜ ਜੇ ਔਖੀ ਭਾਸ਼ਾ ਸੰਸਕ੍ਰਿਤ ਦੇ ਰਾਹੀਂ ਨਹੀਂ ਉਹਨੂੰ ਗਾਏਗਾ, ਕੋਈ ਗਾਵੇਗਾ, ਉਹਨੂੰ ਕਿਵੇਂ ਗਿਆਨ ਮਿਲ ਜਾਏਗਾ। ਹਜੂਰ ਨੇ ਬੜੀ ਗਹਿਰਾਈ ਵਿੱਚ ਜਾ ਕੇ ਜਪਜੀ ਸਾਹਿਬ ਦਾ ਇੱਕ ਇੱਕ ਸ਼ਬਦ ਜੇ ਕਿਧਰੇ ਸਤਿਗੁਰੂ ਦੀ ਕਿਰਪਾ ਨਾਲ ਸਮਝ ਪੈ ਜੇ ਤੇ ਅੱਖਾਂ ਖੁੱਲ ਜਾਂਦੀਆਂ ਨੇ। ਮਹਾਰਾਜ ਕਹਿੰਦੇ ਦੇਖੋ, ਇਹ ਵੀ ਇੱਕ ਹਉਮੈ ਦਾ ਕਾਰਨ ਬਣਿਆ ਹੋਇਆ। ਧਰਮ ਦੇ ਗ੍ਰੰਥ ਪੜ੍ਹ ਲੈਣੇ, ਔਖੀਆਂ ਭਾਸ਼ਾਵਾਂ ਨੂੰ ਜਾਣ ਲੈਣਾ, ਉਹਨਾਂ ਦੇ ਅਰਥ ਕਰ ਲੈਣੇ। ਕੋਈ ਇਸ ਤਰ੍ਹਾਂ ਵੀ ਉਹਦੀ ਅਰਾਧਨਾ ਕਰਦੇ ਪਏ ਨੇ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਔਖੇ ਔਖੇ ਢੰਗ ਦੇ ਨਾਲ ਇਹੋ ਜਿਹੇ ਅਰਥ ਕਰਨੇ ਵੀ ਆਮ ਲੋਕਾਂ ਨੂੰ ਸਮਝ ਹੀ ਨਾ ਪੈਣੇ। ਇਸ ਤਰੀਕੇ ਦੇ ਨਾਲ ਬਿਆਨ ਕਰਨਾ, ਉਹੀ ਕੁਝ ਇਹ ਪੰਡਤ ਹੁਣ ਭਾਲ ਰਿਹਾ ਗੁਰੂ ਸਾਹਿਬ ਕੋਲੋਂ ਕਿ ਮਹਾਰਾਜ ਅਸੀਂ ਤਾਂ ਸੰਸਕ੍ਰਿਤ ਨੂੰ ਪੜ੍ਹਨ ਸੁਣਨ ਵਾਲੇ ਹਾਂ, ਤੁਹਾਡੀ ਸਿੱਧੀ ਜਿਹੀ ਬਾਣੀ ਨੂੰ ਇਹਦੇ ਉੱਤੇ ਅਸੀਂ ਸ਼ਰਧਾ ਨਹੀਂ ਲਿਆ ਸਕਦੇ। ਸੁਨ ਬੋਲੇ ਗੁਰੂ ਪ੍ਰਵੀਨਾ। ਗੁਰੂ ਸਾਹਿਬ ਬੜੇ ਦਇਆਵਾਨ ਨੇ, ਬੜੇ ਸਿਆਣੇ ਨੇ। ਸੁਣ ਕੇ ਕਹਿਣ ਲੱਗੇ ਬਿਨ ਭਾਖਾ ਸੰਸਕ੍ਰਿਤ ਹੀਨਾ। ਮਹਾਰਾਜ ਕਹਿੰਦੇ ਸੁਣੋ ਪੰਡਤ ਜੀ, ਤੁਹਾਡੀ ਸੰਸਕ੍ਰਿਤ ਵੀ ਆਮ ਬੋਲੀ ਤੋਂ ਕਰਕੇ ਹੀਣੀ ਹੈ। ਤੁਸੀਂ ਵੀ ਤਾਂ ਇਹਦਾ ਸ਼ਲੋਕ ਪੜ੍ਹ ਕੇ ਬਾਅਦ ਵਿੱਚ ਵਿਆਖਿਆ ਕਰਨ ਵਾਸਤੇ ਲੋਕਾਂ ਦੀ ਬੋਲੀ ਵਰਤਦੇ ਹੋ, ਇਹਨੂੰ ਸਮਝਾਉਣ ਵਾਸਤੇ ਫਿਰ ਵੀ ਤਾਂ ਸਾਡੇ ਹੀ ਸ਼ਬਦ ਵਰਤਦੇ ਹੋ ਜਿਹੜੇ ਕਿਸੇ ਨੂੰ ਸਮਝ ਪੈ ਸਕਣ। ਸੋ ਇਸ ਕਰਕੇ ਇਸ ਆਮ ਭਾਸ਼ਾ ਤੋਂ ਬਿਨਾਂ ਤੁਹਾਡੀ ਸੰਸਕ੍ਰਿਤ ਕਿਸੇ ਵੀ ਕੰਮ ਨਹੀਂ। ਜਗਿਆਸੂ ਨਹਿਨ ਉਧਾਰੈ। ਹਾਂ, ਇਹ ਕਿਸੇ ਵੀ ਜਗਿਆਸੂ ਦਾ ਉਧਾਰ ਨਹੀਂ ਕਰ ਸਕਦੀ। ਕਿਮ ਭਗਤ ਗਿਆਨ ਸਿੱਖ ਧਾਰੈ। ਹਾਂ, ਫਿਰ ਇਹ ਜਿਹੜਾ ਭਗਤੀ ਦਾ ਗਿਆਨ ਹੈ, ਜਿਹੜੀ ਉਹਦੀ ਸਿੱਖਿਆ ਹੈ, ਇਹ ਔਖੇ ਸ਼ਲੋਕਾਂ ਦੇ ਰਾਹੀਂ ਕੋਈ ਕਿਵੇਂ ਧਾਰਨ ਕਰੇਗਾ। ਇਹ ਤਾਂ ਫਿਰ ਉਹੀ ਕਮਾਵੇਗਾ ਨਾ ਜਿਹੜਾ ਕੋਈ ਸਾਰੀ ਜ਼ਿੰਦਗੀ ਮਗਜ ਮਾਰ ਕੇ ਸੰਸਕ੍ਰਿਤ ਸਿੱਖੇ। ਇਹਦਾ ਮਤਲਬ ਬਾਕੀ ਕਿਰਤੀ ਲੋਕ ਜਿਹੜੇ ਉਹ ਕਲਿਆਣ ਤੋਂ ਅਧੂਰੇ ਰਹਿ ਜਾਣਗੇ। ਜਬ ਪਠੋ ਸ਼ਲੋਕ ਉਚਾਰੀ। ਹਾਂ, ਜਦੋਂ ਤੁਸੀਂ ਇਹਨੂੰ ਪੜ੍ਹਦੇ ਹੋ, ਇਹਦੇ ਸ਼ਲੋਕਾਂ ਦਾ ਉਚਾਰਨ ਕਰਦੇ ਹੋ, ਨਹਿ ਸਮਝੈ ਕੋ ਨਰ ਨਾਰੀ। ਹੁਣ ਆਮ ਲੋਕ ਪਿੰਡਾਂ ਦੀ ਭਾਸ਼ਾ ਜਾਣਨ ਵਾਲੇ ਉਹ ਸੰਸਕ੍ਰਿਤ ਨੂੰ ਕਿਵੇਂ ਜਾਣ ਸਕਣਗੇ। ਵਿੱਚ ਭਾਖਾ ਅਰਥ ਬਖਾਨੇ। ਹਾਂ, ਜਿਹੜੇ ਅਰਥ ਤੁਸੀਂ ਕਰਦੇ ਹੋ, ਤੁਸੀਂ ਸਮਝੋ ਇਸ ਗੱਲ ਨੂੰ, ਤੁਸੀਂ ਵੀ ਤਾਂ ਉਦੋਂ ਲੋਕਾਂ ਦੀ ਬੋਲੀ ਹੀ ਵਰਤਦੇ ਹੋ। ਤਬ ਸਭ ਅਜਾਨ ਭੀ ਜਾਣੇ। ਉਦੋਂ ਫਿਰ ਸਾਰੇ ਜਾਣ ਅਣਜਾਣ, ਗਿਆਨੀ ਅਗਿਆਨੀ ਸਾਰਿਆਂ ਨੂੰ ਸਮਝ ਪੈ ਜਾਂਦੀ ਹੈ। ਬਿਨ ਭਾਖਾ ਸਰਿਓ ਨਾ ਕੰਮ। ਸੋ ਇਸ ਕਰਕੇ ਹੰਕਾਰ ਕਰਨਾ ਤੁਹਾਡਾ ਨਿਰਮੂਲ ਹੈ। ਆਮ ਭਾਸ਼ਾ ਤੋਂ ਬਿਨਾਂ ਤੁਹਾਡਾ ਵੀ ਨਹੀਂ ਸਰਦਾ, ਤੇ ਫਿਰ ਕੀ ਲੋੜ ਹੈ ਇੰਨਾ ਔਖਾ ਹੋ ਕੇ ਬੋਲਣ ਦੀ, ਆਪਣੇ ਜ਼ੁਬਾਨ ਨੂੰ ਖਰਾਬ ਕਰਨ ਦੀ। ਸਿੱਧਾ ਕਿਉਂ ਨਹੀਂ ਉਹਦਾ ਵਿਖਿਆਨ ਕਰਦੇ। ਉਪਦੇਸ਼ ਨ ਭਾ ਅਬਿਰਹਮੂ। ਹਾਂ, ਇਸ ਤਰ੍ਹਾਂ ਜਿਹੜਾ ਸ਼ੁਭ ਉਪਦੇਸ਼ ਹੈ, ਜੋ ਉਸ ਪਰਮੇਸ਼ਰ ਦਾ ਗਿਆਨ ਹੈ, ਸਿੱਧਾ ਨਹੀਂ ਪਹੁੰਚ ਸਕਦਾ। ਕਲਿਆਣ ਨ ਸਿੱਖ ਕੋ ਕੀਨਾ। ਇਹਦਾ ਮਤਲਬ ਫਿਰ ਤੁਹਾਡੀ ਸੰਸਕ੍ਰਿਤ ਹਰ ਇੱਕ ਜੀਵ ਦਾ ਕਲਿਆਣ ਨਹੀਂ ਕਰ ਸਕਦੀ। ਜਿਸ ਬਿਨਾ ਭਈ ਫਲਹੀਨਾ। ਹਾਂ, ਜਿਸ ਕਰਕੇ ਤੁਹਾਡੀ ਦੇਵ ਭਾਸ਼ਾ
ਭਾਸ਼ਾ ਜਿਹੜੀ ਫਲ ਤੋਂ ਹੀਣੀ ਹੈ। ਲਖ ਮੂਲ ਸੋ ਭਾਖਾ ਜਾਂਤੇ। ਹਾਂ, ਇਸ ਕਰਕੇ ਲੱਖ ਮੂਲ ਸੋ ਭਾਖਾ ਜਾਂਤੇ, ਜਿਹੜਾ ਮੂਲ ਹੈ, ਜਿਹੜੀ ਠੀਕ ਗੱਲ ਹੈ, ਉਹ ਪੇਂਡੂ ਭਾਸ਼ਾ ਹੀ ਹੈ। ਜਿਹ ਪਠੇ ਸਕਲ ਬਰਸਾਤੇ। ਜਿਹਨੂੰ ਪੜਨ ਦੇ ਨਾਲ ਸਾਰੇ ਹੀ ਵਰਸਾਏ ਜਾਂਦੇ ਨੇ, ਸਾਰਿਆਂ ਨੂੰ ਸਮਝ ਪੈ ਜਾਂਦੀ ਹੈ। ਦੇਖੋ ਹੁਣ ਭਾਵੇਂ ਇਹ ਬ੍ਰਿਜ ਭਾਸ਼ਾ ਹੈ, ਇਹ ਜਿਹੜਾ ਗ੍ਰੰਥ ਪੜ੍ਹਿਆ ਜਾਂਦਾ ਸੂਰਜ ਪ੍ਰਕਾਸ਼, ਪਰ ਜੇ ਸਿੱਧਾ ਇਹਦਾ ਪਾਠ ਕੀਤਾ ਜਾਵੇ ਸਾਰਿਆਂ ਨੂੰ ਸਮਝ ਨਹੀਂ ਪਏਗਾ। ਜਦੋਂ ਕੋਈ ਆਮ ਬੋਲੀ ਦੇ ਵਿੱਚ ਇਹਦਾ ਵਿਖਿਆਨ ਕਰਦਾ ਤੇ ਸਭ ਨੂੰ ਸਮਝ ਪੈਂਦੀ ਹੈ। ਬਿਨ ਸੰਸਕ੍ਰਿਤ ਜੋ ਭਾਖਾ। ਸੋ ਇਸ ਕਰਕੇ ਹਜੂਰ ਕਹਿਣ ਲੱਗੇ ਜਿਹੜੀ ਤੁਹਾਡੀ ਸੰਸਕ੍ਰਿਤ ਭਾਸ਼ਾ ਹੈ, ਵਿੱਚ ਭਗਤ ਗਿਆਨ ਜਿਸ ਰਾਖਾ। ਹਾਂ, ਜਿਹਦੇ ਵਿੱਚ ਭਗਤੀ ਤੇ ਗਿਆਨ ਸਮੋਇਆ ਹੈ, ਸਭ ਸਮਝ ਲੇਹ ਨਰ ਨਾਰੀ। ਹਾਂ, ਸਾਰੇ ਨਰ ਤੇ ਨਾਰੀਆਂ ਨੂੰ ਸਮਝ ਲੈਣ ਵਾਲੇ ਹਨ। ਗਤ ਕਾਰਜ ਲੇਹ ਸੁਧਾਰੀ। ਆਪਣੇ ਜੀਵਨ ਦਾ ਜਿਹੜਾ ਮਨੋਰਥ ਹੈ, ਜਿਸ ਵਾਸਤੇ ਸਰੀਰ ਮਿਲਿਆ, ਉਹਨੂੰ ਸਿੱਧ ਕਰਨ ਵਾਸਤੇ ਆਮ ਭਾਸ਼ਾ ਦੀ ਵਰਤੋਂ ਹੀ ਲਾਜ਼ਮੀ ਹੈ। ਇਹ ਇਕਲੀ ਦੇ ਕਲਿਆਣਾ। ਇਸ ਕਰਕੇ ਜਿਹੜੀ ਇਹ ਕੱਲੀ ਭਾਸ਼ਾ ਆਮ ਸ਼ਬਦ ਹੀ ਕਲਿਆਣ ਦੇ ਵਾਸਤੇ ਬਹੁਤ ਸ਼ੁਭ ਹਨ। ਜੋ ਸੁਨ ਹੈ ਕਮਾਏ ਸੋ ਜਾਨਾ। ਪਰ ਸ਼ਰਤ ਹੈ ਜੇ ਕੋਈ ਇਹਨਾਂ ਨੂੰ ਸੁਣ ਕੇ ਤੇ ਕਮਾਵੇ। ਕੱਲਾ ਸੁਣਨ ਦੇ ਨਾਲ ਗੱਲ ਨਹੀਂ, ਸੁਣ ਕੇ ਆਪਣੇ ਜੀਵਨ ਵਿੱਚ ਧਾਰਨ ਕਰੇ, ਆਛ ਹੀ ਕਲਿਆਣਕਾਰੀ ਹੈ। ਪਠ ਕਰ ਹੈ ਵਿਚਾਰ ਸੁਖੈਨਾ। ਇਹ ਤਾਂ ਬੜੀ ਸੌਖੀ ਹੈ, ਕੋਈ ਪੜ ਵੀ ਸਕਦਾ ਹੈ, ਬੜੇ ਸੋਹਣੇ ਢੰਗ ਨਾਲ ਇਹਦੀ ਵਿਚਾਰ ਵੀ ਹੋ ਸਕਦੀ ਹੈ। ਸ਼ੁਭ ਪਠਨ ਕਠਨ ਕੁਛ ਹੈ ਨਾ। ਇਹ ਤਾਂ ਐਡੀ ਸ਼ੁਭ ਹੈ, ਨਾ ਇਹਨੂੰ ਪੜਨਾ ਔਖਾ ਲੱਗਦਾ ਹੈ, ਨਾ ਇਹਨੂੰ ਸਮਝਣਾ, ਨਾ ਇਹਨੂੰ ਸਮਝਾਉਣਾ ਔਖਾ ਹੈ। ਜਿਨ ਥੋਰਨ ਨੈ ਕਲਿਆਣਾ। ਇਹ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਜੀਵ ਦੀ ਕਲਿਆਣ ਕਰਨ ਵਾਲੀ ਬਾਣੀ ਹੈ। ਸੁਨ ਪਠ ਹੈ ਕਮਾਵਹਿ ਨਾਨਾ। ਹਾਂ, ਬਹੁਤ ਵੱਡੀ ਗਿਣਤੀ ਦੇ ਵਿੱਚ ਕਿਰਤੀ ਸਿੱਖ ਵੀ ਇਹਨੂੰ ਪੜ ਸਕਦੇ ਨੇ, ਪੜ ਕੇ ਜੀਵਨ ਵਿੱਚ ਆਪ ਕਮਾ ਸਕਦੇ ਹਨ। ਦੋਹਰਾ ਚਾਹਤ ਨਹੀਂ ਸਹਾਇਤਾ, ਸੰਸਕ੍ਰਿਤ ਕੀ ਏਹੋ। ਔਰ ਇੱਕ ਹੋਰ ਗੱਲ ਹੈ, ਚਾਹਤ ਨਹੀਂ ਸਹਾਇਤਾ। ਇਸ ਬਾਣੀ ਦੇ ਅਰਥ ਕਰਨ ਵਾਸਤੇ ਤੁਹਾਡੀ ਦੇਵ ਬਾਣੀ ਦੀ ਵੀ ਇਹਨੂੰ ਜ਼ਰੂਰਤ ਨਹੀਂ। ਇਹ ਆਪਣੇ ਆਪ ਵਿੱਚ ਹੀ ਬਾਣੀ ਸਾਰੇ ਅਰਥ ਸਮਾਈ ਬੈਠੀ ਏ। ਜ਼ਰੂਰੀ ਨਹੀਂ ਕਿ ਬਾਣੀ ਦੀਆਂ, ਜਿਵੇਂ ਅੱਜ ਬਾਣੀ ਨੂੰ ਸਿੱਧ ਕਰਨ ਵਾਸਤੇ ਕਈ ਪ੍ਰਚਾਰਕ ਨਾਸਾ ਦਾ ਸਹਾਰਾ ਲੈਣ ਲੱਗ ਪਏ ਨੇ ਵੀ ਦੇਖੋ ਆਹ ਚੀਜ਼ ਹੁਣ ਸਾਇੰਸ ਨੇ ਸਿੱਧ ਕਰਤੀ, ਸਾਨੂੰ ਵੀ ਮੰਨ ਲੈਣੀ ਚਾਹੀਦੀ ਏ। ਹਜੂਰ ਤਾਂ ਇਸ ਦਾ ਉੱਚਾ ਮਰਾਤਬਾ ਦੇ ਰਹੇ ਨੇ, ਬਾਣੀ ਨੂੰ ਬਚਨ ਕਹਿ ਰਹੇ ਨੇ ਕਿ ਉਸ ਸਮੇਂ ਦੀ ਦੇਵ ਭਾਸ਼ਾ ਜਿਹਦੇ ਵਿੱਚ ਬੜਾ ਗਿਆਨ ਹੈ, ਐਸੀ ਕੋਈ ਗੱਲ ਨਹੀਂ। ਪਰ ਮਹਾਰਾਜ ਕਹਿੰਦੇ ਇਸ ਬਾਣੀ ਦੀ ਵਿਚਾਰਧਾਰਾ ਨੂੰ ਸਿੱਧ ਕਰਨ ਵਾਸਤੇ ਉਹਨਾਂ ਸ਼ਬਦਾਂ ਦੀ ਕੋਈ ਲੋੜ ਨਹੀਂ। ਇਹ ਬਾਣੀ ਕਿਸੇ ਦੀ ਮੁਤਾਜ ਨਹੀਂ ਹੈ। ਕਟਕ ਮੋਹ ਕੋ ਵਿਕਟ ਜੋ ਕਾਟਹਿ ਲੇਹਾ ਦੇਹੋ। ਇਹ ਤਾਂ ਏਡੀ ਸ਼ਕਤੀਵਾਨ ਹੈ, ਏਡੀ ਕਲਾ ਹੈ ਇਹਦੇ ਵਿੱਚ। ਸੁਤੇ ਸਿੱਧ ਹੀ ਜੇ ਕੋਈ ਧਿਆਨ ਲਾ ਕੇ ਸੁਣੇ, ਪਿਆਰ ਕਰਕੇ ਬਾਣੀ ਦਾ ਪਾਠ ਕਰੇ, ਆਪ ਮਾਰੇ ਹੀ ਅੰਦਰ ਦੇ ਮੋਹ ਦੇ ਜਾਲ ਨੂੰ ਕੱਟਣ ਵਾਲੀ ਹੈ। ਜਥਾ ਸੁਭਟ ਅਤ ਰਥੀ ਹੋਏ ਲਰਤ ਨ ਚਹਿਤ ਸਹਾਏ। ਮਹਾਰਾਜ ਕਹਿਣ ਲੱਗੇ ਸਾਡੀ ਗੱਲ ਸੁਣੋ, ਜਿਵੇਂ ਕੋਈ ਰਥੀ, ਕੋਈ ਸੂਰਬੀਰ ਮੈਦਾਨੇ ਜੰਗ ਦੇ ਵਿੱਚ ਇਕੱਲਾ ਲੜਨ ਵਾਸਤੇ ਜਾਂਦਾ ਹੈ। ਅਨਗਿਨ ਛਤਰ ਸੈਨ ਕੋ ਨਾਸਹਿ ਜੁਧ ਮਚਾਏ। ਉਹ ਜਦੋਂ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਹੈ ਤੇ ਅਨੇਕਾਂ ਵੈਰੀ ਉਹਦੇ ਜੋਸ਼ ਅੱਗੇ, ਉਹਦੀ ਲਲਕਾਰ ਦੇ ਅੱਗੇ ਭੱਜ ਉੱਠਦੇ ਹਨ। ਸੰਸਕ੍ਰਿਤ ਤੁਮਰੀ ਜੋ ਹੈ ਰਥੀ ਮਹਾਰਥ ਦੇ। ਤੇ ਜਿਹੜੀ ਤੁਹਾਡੀ ਸੰਸਕ੍ਰਿਤ ਹੈ ਨਾ, ਇਹ ਰਥੀ ਤੇ ਮਹਾਰਥੀ ਦੀ ਤਰ੍ਹਾਂ ਹੈ। ਇੱਕ ਰਥੀ 1000 ਵੈਰੀ ਦੇ ਨਾਲ ਲੋਹਾ ਲੈਂਦਾ ਹੈ, ਇੱਕ ਮਹਾਰਥੀ 10,000 ਵੈਰੀ ਦੇ ਨਾਲ ਲੜ ਸਕਦਾ ਹੈ। ਕਹਿਣ ਲੱਗੇ ਜਿਹੜੀ ਤੁਹਾਡੀ ਸੰਸਕ੍ਰਿਤ ਹੈ ਇਸ ਤਰ੍ਹਾਂ ਜਿਵੇਂ ਕੋਈ ਰਥੀ ਤੇ ਮਹਾਰਥੀ ਹੋਵੇ, ਲੜਨ ਵਾਸਤੇ ਫਿਰ ਵੀ ਉਹ ਇੱਕ ਗਿਣਤੀ ਦੇ ਦਾਇਰੇ ਵਿੱਚ ਆ ਜਾਂਦਾ ਹੈ। ਸਹਿ ਸਹਾਏ ਰਨ ਮਹਿ ਲਰਹਿ ਇੱਕ ਮੈਂ ਸ਼ਕਤ ਨ ਹੋਏ। ਫਿਰ ਵੀ ਉਹਨਾਂ ਦੇ ਵਿੱਚ ਇੰਨੀ ਸ਼ਕਤੀ ਨਹੀਂ, ਭਾਵੇਂ ਉਹ ਰਥੀ ਹੈ ਭਾਵੇਂ ਉਹ ਮਹਾਰਥੀ ਹੈ, ਫਿਰ ਵੀ ਉਹਨੂੰ ਬਾਹਰੋਂ ਸਿਪਾਹੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਫਿਰ ਉਹ ਜਾ ਕੇ ਦੁਸ਼ਮਣ ਨਾਲ ਲੜਦਾ ਹੈ। ਭਾਖਾ ਕੋਲੇ ਸੰਗ ਨਿਜ ਸਿੱਖਿਆਨ ਕੋ ਸਮਝਾਏ। ਔਰ ਇਸੇ ਤਰ੍ਹਾਂ ਜਿਹੜੀ ਗੁਰੂ ਬਾਣੀ ਹੈ ਇਹਦੇ ਵਿੱਚ ਇੰਨੀ ਕੋਈ ਸ਼ਕਤੀ ਹੈ, ਸਤਿਗੁਰੂ ਕਹਿੰਦੇ ਭਾਖਾ ਲਹੇ, ਇਹਨੂੰ ਕਿਸੇ ਦੀ ਮੁਹਤਾਜੀ ਨਹੀਂ।
ਇਹ ਆਪਣੇ ਆਪ ਹੀ ਸੁਤੇ ਸਿੱਧ ਗਿਆਨ ਬਖਸ਼ਣ ਵਾਲੀ ਹੈ। ਮੋਹ ਕਟਕ ਤਬ ਜੀਤ ਹੈ, ਗਤ ਦੇ ਜੌਨ ਕਮਾਏ। ਹਾਂ, ਇਹ ਮੋਹ ਨੂੰ ਕੱਟ ਕੇ ਤੇ ਹਰ ਇੱਕ ਜੀਵ ਦਾ ਭਲਾ ਕਰਨ ਵਾਲੀ। ਜੇ ਕੋਈ ਇਹਨੂੰ ਪਿਆਰ ਦੇ ਨਾਲ ਪੜ੍ਹੇ, ਇਹਦਾ ਅਸੂਲ ਇਹੀ ਹੈ ਜੋ ਸਤਿਗੁਰੂ ਨੇ ਅਖੀਰ ਵਿੱਚ ਕਿਹਾ ਨਾ, ਜੇ ਕੋ ਖਾਵੇ ਜੇ ਕੋ ਭੁੰਚੈ, ਜੇ ਪਚਾ ਲਏਗਾ ਉਧਾਰ ਉਹਦਾ ਹੀ ਹੋਵੇਗਾ। ਜੇ ਕਰ ਸੁਰਬਾਨੀ ਕਹੈ, ਇਸ ਕੋ ਫਲ ਅਧਿਕ ਹਾਏ। ਫਿਰ ਵੀ ਪੰਡਤ ਜੀ, ਜੇ ਤੁਸੀਂ ਸੁਰਬਾਣੀ ਸੰਸਕ੍ਰਿਤ ਦੀ ਗੱਲ ਕਰਦੇ ਹੋ ਵੀ ਇਹਦਾ ਫਲ ਬਹੁਤ ਮਹਾਨ ਹੈ, ਤਾਂ ਪਰ ਪੰਡਿਤ ਕਾਨ ਸੁਨ, ਦੇਹ ਸੰਦੇਹ ਮਿਟਾਏ। ਫਿਰ ਵੀ ਪੰਡਤ ਜੀ ਸਾਡੀ ਗੱਲ ਧਿਆਨ ਨਾਲ ਸੁਣੋ, ਤੁਹਾਨੂੰ ਨਿਰਾਸ਼ ਨਹੀਂ ਮੋੜਾਂਗੇ, ਤੁਹਾਡੇ ਸਾਰੇ ਮਨ ਦੇ ਸ਼ੰਕੇ ਅੱਜ ਦੂਰ ਕਰਾਂਗੇ। ਸਤਿਗੁਰ ਪ੍ਰਭ ਪ੍ਰੇ ਭਗਤ ਜੇ, ਤਿਨਕੇ ਬਾਕ ਸਮਾਨ। ਕਹਿਣ ਲੱਗੇ, ਦੇਖੋ ਜਿਹੜੀ ਆਮ ਭਾਸ਼ਾ ਜਿਹਨੂੰ ਤੁਸੀਂ ਗਵਾਰਾਂ ਦੀ ਭਾਸ਼ਾ ਕਹਿੰਦੇ ਹੋ, ਇਹ ਗਵਾਰਾਂ ਦੀ ਭਾਸ਼ਾ ਨਹੀਂ, ਇਹ ਤਾਂ ਰੱਬੀ ਪਿਆਰ ਵਿੱਚ ਜੁੜੇ ਹੋਏ ਹਿਰਦਿਆਂ ਦੇ ਵਿੱਚੋਂ ਨਿਕਲੀ ਹੋਈ ਭਗਤਾਂ ਦੀ ਬਾਣੀ ਹੈ, ਭਗਤ ਬਾਣੀ ਹੈ। ਤੇ ਇਹ ਜੋ ਭਗਤ ਬਾਣੀ ਹੈ, ਰੱਬ ਦੇ ਕਹੇ ਹੋਏ ਬੋਲ ਤੇ ਉਹਦੇ ਪਿਆਰਿਆਂ ਦੇ ਕਹੇ ਹੋਏ ਬੋਲ ਦੇ ਵਿੱਚ ਕਦੇ ਕੋਈ ਅੰਤਰ ਨਹੀਂ ਹੁੰਦਾ, ਉਹ ਇੱਕ ਸਮਾਨ ਹਨ। ਸੁਰਬਾਨੀ ਨਹਿ ਹੋਤ ਹੈ, ਇਹ ਤੋ ਵਿਦਤ ਜਹਾਨ। ਹਾਂ, ਇਹ ਤਾਂ ਸਾਰੇ ਜਹਾਨ ਨੂੰ ਪਤਾ ਹੈ ਨਾ। ਲੋਕ ਸਾਧੂਆਂ ਦੀ ਸ਼ਕਤੀ ਤੋਂ ਜਾਣੂ ਨੇ ਵੀ ਉਹਨਾਂ ਦੀ ਰਸਨਾ ਤੋਂ ਕਿਹਾ ਹੋਇਆ ਬੋਲ ਮੋੜਿਆ ਨਹੀਂ ਜਾ ਸਕਦਾ। ਇਸ ਕਰਕੇ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਸੰਸਕ੍ਰਿਤ ਦੇ ਨਾਲੋਂ ਇੱਕ ਕਮਾਈ ਵਾਲਾ ਜਦੋਂ ਕੋਈ ਸ਼ਬਦ ਬੋਲਦਾ ਹੈ, ਉਹਦੇ ਸ਼ਬਦ ਦੇ ਵਿੱਚ ਬਹੁਤ ਵੱਡੀ ਸਤਿਆ ਹੈ। ਕਰਮ ਕਾਂਡ ਮੈਂ ਸੁਰ ਚਹੈ, ਨਰ ਕੋ ਦੇ ਉਪਦੇਸ਼। ਔਰ ਜਿਹੜੀ ਤੁਸੀਂ ਦੇਵ ਬਾਣੀ ਦੀ ਗੱਲ ਕਰਦੇ ਹੋ, ਇਹਨੂੰ ਵਿਚਾਰ ਕੇ ਦੇਖੋ, ਇਹਦੇ ਵਿੱਚ ਕਿਹਾ ਕੀ ਗਿਆ ਹੈ। ਇਹ ਤਾਂ ਉਪਦੇਸ਼ ਕਮਾਉਂਦਿਆਂ ਲੋਕ ਕਰਮ ਕਾਂਡਾਂ ਦੇ ਵਿੱਚ ਫਸ ਜਾਂਦੇ ਨੇ। ਇਹ ਜਿਹੜੇ 4 ਵੇਦ ਨੇ, ਇਹਦੇ ਵਿੱਚ ਇਹੀ ਦੱਸਿਆ ਗਿਆ ਹੈ ਕਿਹੜੇ ਦੇਵਤੇ ਦੀ ਕਿਵੇਂ ਉਪਾਸਨਾ ਕਰਨੀ, ਉਹ ਕਿਹੜੀ ਬਲੀ ਦਿੱਤਿਆਂ ਖੁਸ਼ ਹੁੰਦਾ ਹੈ, ਕਿਹੜਾ ਮੰਤਰ ਪੜਿਆਂ ਖੁਸ਼ ਹੁੰਦਾ ਹੈ, ਕਿਹੜੇ ਤੱਤ ਦੀ ਪੂਜਾ ਕਿਵੇਂ ਕਰਨੀ ਹੈ, ਉਹਨਾਂ ਦੇ ਵਿੱਚ ਇਹੀ ਕੁਝ ਦੱਸਿਆ। ਮਹਾਰਾਜ ਕਹਿੰਦੇ ਉਹਨਾਂ ਨੂੰ ਪੜਨ ਵਿਚਾਰਨ ਦੇ ਨਾਲ ਜੀਵ ਬੰਧਨਾਂ ਵਿੱਚ ਪੈ ਜਾਂਦਾ ਹੈ ਤੇ ਕਰਮਾਂ ਕਾਂਡਾਂ ਵਿੱਚ ਫਸ ਜਾਂਦਾ ਹੈ। ਸੁਰਗ ਨਰਕ ਫਿਰ ਜਨਮ, ਸੁਖ ਦੁਖ ਲਹਿ ਵਿਸ਼ੇਸ਼। ਫਿਰ ਸੁਰਗ ਤੇ ਨਰਕ ਦਾ ਅਧਿਕਾਰੀ ਬਣ ਜਾਂਦਾ ਹੈ। ਕਦੇ ਸੋਗ ਕਦੇ ਖੁਸ਼ੀ, ਭਾਵ ਖੁਸ਼ੀ ਗਮੀ ਨਰਕ ਸੁਰਗ ਦੇ ਵਿੱਚ ਜੀਵਨ ਫਸ ਜਾਂਦਾ ਹੈ। ਸਤਿਗੁਰ ਗਿਆਨ ਦ੍ਰਿੜਾਏ ਕਰ, ਬੰਧਨ ਕਾਟੈ ਜੀਵ। ਹਾਂ, ਪਰ ਜਿਹੜਾ ਸਤਿਗੁਰੂ ਦਾ ਗਿਆਨ ਹੈ, ਜਦੋਂ ਕੋਈ ਇਹਨੂੰ ਦ੍ਰਿੜ ਕਰਦਾ ਹੈ, ਜਿਹੜਾ ਆਮ ਭਾਸ਼ਾ ਦੇ ਵਿੱਚ ਹੈ, ਇਹ ਤਾਂ ਹਰ ਇੱਕ ਜੀਵ ਦੇ ਬੰਧਨ ਕੱਟ ਦਿੰਦਾ ਹੈ, ਨਰਕ ਸੁਰਗ ਦਾ ਅਧਿਕਾਰੀ ਨਹੀਂ ਬਣਾਉਂਦਾ। ਜਾਂ ਤੇ ਜਾਨੋ ਮਿਸਰ ਜੂ, ਕੋ ਕਟ ਕੋ ਬੁੱਧ ਥੀਵ। ਸੋ ਇਸ ਕਰਕੇ ਹੈ ਮਿਸਰ ਜੀ, ਪੰਡਤ ਜੀ, ਇਸ ਗੱਲ ਨੂੰ ਸੱਚ ਕਰਕੇ ਜਾਣੋ ਕਿ ਤੁਸੀਂ ਗੁਰੂ ਦੇ ਸ਼ਬਦ ਰਾਹੀਂ ਵਿਚਾਰ ਕੇ ਦੇਖੋ ਕੀ ਸੱਚ ਹੈ ਤੇ ਕੀ ਝੂਠ ਹੈ। ਸੁਭ ਉਪਦੇਸ਼ ਜੋ ਸ਼੍ਰੇ ਦੇ, ਸੰਸਕ੍ਰਿਤ ਭਾਖਾ ਕੋਏ। ਹਾਂ, ਕਹਿਣ ਲੱਗੇ ਸਾਡੀ ਭਾਸ਼ਾ ਦੇ ਵਿੱਚ ਜਾਂ ਸੰਸਕ੍ਰਿਤ ਦੇ ਵਿੱਚ ਸ਼ੁਭ ਉਪਦੇਸ਼ ਦੋਵਾਂ ਵਿੱਚੋਂ ਕਿਸੇ ਵਿੱਚ ਵੀ ਹੋਏਗਾ ਤੇ ਉਹ ਮੁਕਤੀ ਦੇਗਾ। ਕਿਉਂਕਿ ਇੱਥੇ ਆ ਕੇ ਹੋ ਸਕਦਾ ਸਿੱਖ ਦੇ ਅੰਦਰ ਵੀ ਹਉਮੈ ਖੜੀ ਹੋ ਜਾਏ ਕਿ ਸ਼ਾਇਦ ਗੁਰਮੁਖੀ ਨੂੰ ਹੀ ਮਹਾਰਾਜ ਨੇ ਪ੍ਰਵਾਨ ਕੀਤਾ, ਹੋਰ ਸਾਰੀਆਂ ਨਿੰਦਣਯੋਗ ਨੇ ਭਾਸ਼ਾਵਾਂ, ਨਿੰਦਿਆ ਕਿਸੇ ਦੀ ਨਹੀਂ ਕਰਨੀ। ਹਾਂ, ਇਹ ਵੱਖਰੀ ਗੱਲ ਹੈ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਪਰ ਆਪਣੇ ਦੇਸ਼ ਵਿੱਚ ਰਹਿਣਾ, ਆਪਣੀ ਭਾਸ਼ਾ ਨੂੰ ਬੋਲਣਾ, ਹਜੂਰ ਕਹਿੰਦੇ ਇਹ ਗੌਰਵਤਾ ਦੀ ਨਿਸ਼ਾਨੀ ਹੈ। ਅਸੀਂ ਵੀ ਕਈ ਵਾਰ ਪ੍ਰਭਾਵਿਤ ਹੋ ਜਾਂਦੇ ਹਾਂ ਵੀ ਸ਼ਾਇਦ ਦੁਨੀਆ ਦਾ ਸਾਰਾ ਗਿਆਨ ਅੰਗਰੇਜ਼ੀ ਦੇ ਵਿੱਚ ਹੀ ਹੈ, ਪੰਜਾਬੀ ਬੋਲਾਂਗੇ ਤੇ ਲੋਕ ਸਾਨੂੰ ਕੀ ਕਹਿਣਗੇ। ਇੱਥੇ ਆਮ ਦੇਖਿਆ ਜਾ ਸਕਦਾ ਹੈ, ਭਾਵੇਂ ਕਿ 2 ਪੰਜਾਬੀ ਮਿਲਣ ਤੇ ਫਿਰ ਵੀ ਅੰਗਰੇਜ਼ੀ ਵਿੱਚ ਹੀ ਗੱਲ ਕਰਨਗੇ। ਕਿਸੇ ਦੁਕਾਨ ਤੇ ਚਲੇ ਜਾਓ, ਪੰਜਾਬੀ ਵਿੱਚ ਕੁਝ ਮੰਗੋ ਤੇ ਫਿਰ ਅੰਗਰੇਜ਼ੀ ਵਿੱਚ ਹੀ ਬੋਲਣਗੇ ਵੀ ਸੁਣਨ ਵਾਲੇ ਦੂਸਰੇ ਇਹ ਨਾ ਕਹਿ ਦੇਣ ਕਿ ਇਹ ਵੀ ਉੱਥੋਂ ਹੀ ਆਇਆ ਲੱਗਦਾ। ਮਹਾਰਾਜ ਕਹਿੰਦੇ ਸਭ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਹੈ ਆਪਣੇ ਸਿਰ ਉੱਤੇ ਬੈਠੇ ਹੋਏ ਰਾਜਿਆਂ ਦੀ ਬੋਲੀ ਬੋਲਣ ਲੱਗ ਜਾਣਾ। ਇਹ ਹੈ ਗੁਲਾਮਾਂ ਦੀ ਨਿਸ਼ਾਨੀ। ਗੌਰਵਤਾ ਦੀ ਨਿਸ਼ਾਨੀ ਇਹ ਹੈ ਆਪਣੇ ਖਿੱਤੇ ਨਾਲ ਜੁੜ ਕੇ ਰਹਿਣਾ, ਆਪਣੇ ਮੂਲ ਦੇ ਨਾਲ, ਆਪਣੀ ਧਰਤੀ ਦੇ ਨਾਲ, ਆਪਣੀ ਬੋਲੀ, ਆਪਣੀ ਆਵਾਜ਼ ਨੂੰ ਦੱਬਣ ਨਾ ਦੇਣਾ।
ਇਹ ਅਣਖ ਵਾਲਿਆਂ ਦੀ ਨਿਸ਼ਾਨੀ ਹੈ। ਕਹੇ ਕਰੀਤ ਜੋ ਦੋਹਨ ਮਹਿ ਮਾਨੇ ਅਦੁਗਤ ਹੋਏ। ਹਜੂਰ ਨੇ ਨਾਲ ਹੀ ਕਹਿ ਦਿੱਤਾ, ਠੀਕ ਹੈ, ਅਸੀਂ ਨਿੰਦਦੇ ਨਹੀਂ ਤੁਹਾਡੀ ਦੇਵ ਭਾਸ਼ਾ ਨੂੰ। ਗਿਆਨ ਦੋਵਾਂ ਬੋਲੀਆਂ ਦੇ ਰਾਹੀਂ ਦਿੱਤਾ ਜਾ ਸਕਦਾ ਹੈ। ਜੇ ਸੰਸਕ੍ਰਿਤ ਦੇ ਵਿੱਚ ਕਿਸੇ ਨੂੰ ਕਰਮਕਾਂਡ ਦੇ ਵਿੱਚ ਉਲਝਾਇਆ ਜਾ ਸਕਦਾ ਹੈ, ਤੇ ਮਹਾਰਾਜ ਕਹਿੰਦੇ ਪੰਜਾਬੀ ਦੇ ਨਾਲ ਵੀ ਤੇ ਅਪ ਬੋਲ ਬੋਲੇ ਜਾ ਸਕਦੇ ਨੇ। ਸ਼ਬਦ ਤਾਂ ਉਹੀ ਨੇ, ਭਾਵੇਂ ਉਹਨੂੰ ਗੁਰੂ ਕੇ ਸ਼ਬਦਾਂ ਦੇ ਰਾਹੀਂ ਬਿਆਨ ਕਰ ਲਓ, ਭਾਵੇਂ ਆਪਣੀ ਬੋਲੀ ਦੇ ਰਾਹੀਂ ਕਿਸੇ ਨੂੰ ਕਬੋਲ ਬੋਲ ਦਿਓ। ਜੇ ਇਸ ਨਜ਼ਰੀਏ ਨਾਲ ਦੇਖਾਂਗੇ ਤੇ ਦੋਵਾਂ ਭਾਸ਼ਾਵਾਂ ਦੇ ਵਿੱਚ ਗੁਣ ਵੀ ਨੇ ਤੇ ਦੋਸ਼ ਵੀ ਹਨ। ਪਾਤਰ ਮਝਾਰ ਆਹਾਰ ਸ਼ੁਭ ਖੈਬੇ ਤ੍ਰਿਪਤੀ ਜਾਹੇ। ਹਾਂ, ਸ਼ਬਦ ਤਾਂ ਇੱਕ ਤਰ੍ਹਾਂ ਭਾਂਡਾ ਹੈ। ਜਿਵੇਂ ਭਾਂਡੇ ਦੇ ਵਿੱਚ ਜ਼ਹਿਰ ਪਾ ਕੇ ਵੀ ਦਿੱਤਾ ਜਾ ਸਕਦਾ ਹੈ, ਉਸੇ ਭਾਂਡੇ ਦੇ ਵਿੱਚ ਕਿਸੇ ਨੂੰ ਪਾਣੀ ਪਿਆ ਕੇ ਜੀਵਨ ਵੀ ਦਿੱਤਾ ਜਾ ਸਕਦਾ ਹੈ। ਭਾਂਡੇ ਦਾ ਦੋਸ਼ ਕੋਈ ਨਹੀਂ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਜਿਸ ਭਾਂਡੇ ਦੇ ਵਿੱਚ ਪਾ ਕੇ ਕੋਈ ਛਕ ਕੇ ਤ੍ਰਿਪਤ ਹੁੰਦਾ ਹੈ। ਜੇ ਬਿਖ ਖਾਏ ਅਚਾਈਏ ਮਿਰਤਕ ਨਰਕ ਕੋ ਪਾਹੇ। ਤੇ ਜੇ ਉਸੇ ਭਾਂਡੇ ਦੇ ਵਿੱਚ ਹੀ ਕੋਈ ਜ਼ਹਿਰ ਪਾ ਕੇ ਦੇ ਦਵੇ ਤੇ ਖਾ ਲਵੇ, ਉਹਦੀ ਮੌਤ ਵੀ ਹੋ ਸਕਦੀ ਹੈ। ਜੇ ਉਸੇ ਬੋਲੀ ਦੇ ਵਿੱਚ ਮਾੜੇ ਬੋਲ ਬੋਲੇ ਜਾਣ ਤੇ ਜਿਹੜੀ ਬੋਲੀ ਸਵਰਗਾਂ ਨੂੰ ਲਿਜਾ ਸਕਦੀ ਹੈ, ਜਿਹੜੇ ਸ਼ਬਦ ਉਸੇ ਭਾਸ਼ਾ ਦੇ ਸ਼ਬਦ ਨਰਕ ਦਾ ਦਰਵਾਜ਼ਾ ਵੀ ਖੋਲ ਸਕਦੇ ਹਨ। ਦੇਖੋ, ਇਹ ਜੋ ਸੰਗੀਤ ਹੈ, ਗੀਤ ਹੈ, ਇਹ ਤਾਂ ਭਗਤਾਂ ਦੀ ਦੇਣ ਹੈ। ਭਗਤਾਂ ਨੇ ਜਿਸ ਨਾਦ ਨੂੰ ਆਪਣੇ ਅੰਦਰ ਸੁਣਿਆ, ਇਹ ਤਾਂ ਸਾਰੇ ਸੰਗੀਤ ਆਚਾਰੀਆ ਮੰਨਦੇ ਨੇ। ਇਹ ਰਬਾਬ, ਤਾਉਸ, ਦਿਲਰੁਬਾ, ਸਰੰਦਾ, ਢੋਲਕ, ਵੀਣਾ, ਸਿਤਾਰ, ਗਿਟਾਰ, ਜਿਤਨੇ ਵੀ ਸਾਜ਼ ਨੇ, ਇੰਸਟਰੂਮੈਂਟ, ਇਹ ਸਾਰੇ ਰੂਹਾਨੀਅਤ ਨਾਲ ਸੰਬੰਧ ਰੱਖਣ ਵਾਲੇ ਭਗਤਾਂ ਦੀ ਦੇਣ ਹੈ। ਹਰ ਇੱਕ ਭਗਤ ਦੇ ਕੋਲ ਆਪਣਾ ਆਪਣਾ ਸਾਜ਼ ਹੈ। ਨਾਮਦੇਵ ਜੀ ਆਪਣੀ ਵੀਣਾ ਇੱਕ ਤਾਰਾ ਵਜਾਉਂਦੇ ਨੇ। ਗੁਰੂ ਨਾਨਕ ਦੇਵ ਜੀ ਰਵਾਬ ਦੇ ਸਾਧਨ ਦੇ ਰਾਹੀਂ ਕੀਰਤੀ ਵਿੱਚ ਜੁੜਦੇ ਨੇ। ਅਸਲ ਵਿੱਚ ਇਹ ਸੀ ਰੱਬ ਨੂੰ ਨਾਲ ਜੋੜਨ ਵਾਸਤੇ ਸਹਾਇਤਾ ਕਰਨ ਵਾਲੇ ਸਾਜ਼। ਜਿਹੜਾ ਸੰਗੀਤ ਰੱਬ ਦੇ ਘਰ ਨਾਲ ਜੋੜਦਾ ਸੀ, ਜਦੋਂ ਉਹਦਾ ਪਾਸਾ ਪਲਟਾ ਕੇ ਉਹਨੂੰ ਇੰਨਾ ਨੀਵਾਂ ਲਿਜਾਇਆ ਗਿਆ, ਭਾਂਡਾ ਤੇ ਉਹੀ ਹੈ ਜਿਹਦੇ ਰਾਹੀਂ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿਹੜੇ ਤੂੰ ਰਾਗ ਗਾਉਣਾ ਹੈ, ਜਿਨ੍ਹਾਂ ਦੇ ਵਿੱਚ ਸ਼ਬਦ ਪਾ ਕੇ ਗਾਏ ਤੇ ਤੈਨੂੰ ਅਮਰ ਕਰ ਦਈਏ। ਹੁਣ ਉਸੇ ਸੰਗੀਤ ਦੇ ਰਾਹੀਂ ਉਹਨਾਂ ਸਾਜ਼ਾਂ ਦੀ ਵਰਤੋਂ ਕਰਕੇ ਤੇ ਜਿਹੜਾ ਗੀਤ ਦੇ ਰੂਪ ਵਿੱਚ ਅੱਜ ਜ਼ਹਿਰ ਪਰੋਸਿਆ ਜਾਂਦਾ ਹੈ, ਸਾਜ਼ ਤਾਂ ਉਹੀ ਨੇ, ਸ਼ੈਲੀਆਂ ਵੀ ਉਹੀ ਨੇ ਗਾਉਣ ਵਾਲੀਆਂ, ਉਹਨਾਂ ਹੀ ਸੁਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਹੀ ਸੱਤ ਸੁਰਾਂ ਦੇ ਨਾਲ ਕੀਰਤਨ ਹੁੰਦਾ ਹੈ। ਜਿਹੜਾ ਰੱਬੀ ਘਰ ਵਿੱਚ ਲੈ ਜਾਂਦਾ ਹੈ, ਉਹਨਾਂ ਹੀ ਸੱਤ ਸੁਰਾਂ ਦੀ ਵਰਤੋਂ ਕਰਕੇ ਜਦੋਂ ਕੋਈ ਨੀਵੇਂ ਸ਼ਬਦਾਂ ਰਾਹੀਂ ਆਪਣਾ ਗੀਤ ਗਾਉਂਦਾ ਹੈ, ਉਹ ਨਰਕ ਦੇ ਦਰਵਾਜ਼ੇ ਵੀ ਖੋਲ ਦਿੰਦਾ ਹੈ। ਇਸ ਕਰਕੇ ਹਜੂਰ ਨੇ ਦੋਵਾਂ ਤੋਂ ਸਾਵਧਾਨ ਕੀਤਾ ਹੈ। ਕਿਮ ਸੰਸਕ੍ਰਿਤ ਕੋ ਅਧਿਕਤਾ ਕਹਿ ਲਹਿ ਨਹਿਰੀਤ। ਸੋ ਇਸ ਕਰਕੇ ਹਜੂਰ ਕਹਿਣ ਲੱਗੇ, ਪੰਡਤ ਜੀ ਸੁਣੋ, ਤੁਸੀਂ ਕਿਸ ਆਧਾਰ ਤੇ, ਕਿਸ ਬੁਨਿਆਦ ਤੇ ਇਹ ਗੱਲ ਸਿੱਧ ਕਰ ਸਕਦੇ ਹੋ ਵੀ ਪੰਜਾਬੀ ਭਾਸ਼ਾ ਨੀਵੀਂ ਹੈ ਤੇ ਸੰਸਕ੍ਰਿਤ ਦੇਵ ਭਾਸ਼ਾ ਹੈ? ਤੁਹਾਡੀ ਕੋਈ ਵੀ ਬਾਤ ਦਲੀਲ ਇੱਥੇ ਗੱਲ ਨਹੀਂ ਕੱਟੀ ਜਾਏਗੀ। ਅਠਵੇ ਤੇ ਅਹੰਕਾਰ ਹੋਵੇ ਨਹੀਂ ਨਮਰਤਾ ਚੀਤ। ਵੇਖੋ, ਤੁਸੀਂ ਸੰਸਕ੍ਰਿਤ ਪੜ੍ਹੇ ਹੋ, ਚਾਹੀਦਾ ਤੇ ਇਹ ਸੀ ਗਿਆਨ ਅੰਦਰ ਆ ਗਿਆ, ਰਸ ਨਾਲ ਭਰ ਜਾਂਦੇ, ਝੁਕ ਜਾਂਦੇ। ਇਸ ਸੰਸਕ੍ਰਿਤ ਨੇ ਤੁਹਾਡੇ ਅੰਦਰ ਹੰਕਾਰ ਪੈਦਾ ਕਰ ਦਿੱਤਾ ਹੈ। ਤੁਸੀਂ ਇੱਕ ਗੁਰੂ ਦੇ ਨਾਲ ਵੀ ਅੱਜ ਬਹਿਸ ਕਰ ਰਹੇ ਹੋ। ਇਹ ਨਿਮਰਤਾ, ਇਹ ਜਿਹੜੀ ਆ ਸਕਦੀ ਸੀ ਅੰਦਰ ਸੰਸਕ੍ਰਿਤ ਨਾਲ, ਪਰ ਤੁਸੀਂ ਗ੍ਰਹਿਣ ਨਹੀਂ ਕੀਤੀ। ਬਿਨਾ ਗਰੀਬੀ ਭਗਤ ਨਹਿ ਜਿਸ ਤੇ ਕਲਮ ਹੈ ਸ਼੍ਰੇਯ। ਹਾਂ, ਬਿਨਾ ਗਰੀਬੀ ਤੋਂ, ਜੋ ਹਿਰਦੇ ਦੀ ਗਰੀਬੀ ਹੈ, ਬਿਨਾ ਭਗਤੀ ਤੋਂ, ਭਾਵੇਂ ਉਹ ਸੰਸਕ੍ਰਿਤ ਵਿੱਚ ਹੋਵੇ ਭਾਵੇਂ ਪੰਜਾਬੀ ਦੇ ਵਿੱਚ, ਜੇ ਉਹ ਨਹੀਂ ਨਾ ਅੰਦਰ ਧਾਰਨ ਕੀਤੀ ਤੇ ਕਿਸੇ ਦੀ ਵੀ ਮੁਕਤੀ ਨਹੀਂ ਹੋ ਸਕਦੀ। ਭਾਵੇਂ ਉਹ ਪੰਜਾਬੀ ਪੜ੍ਹਨ ਵਾਲਾ ਹੋਵੇ, ਭਾਵੇਂ ਸੰਸਕ੍ਰਿਤ ਨੂੰ ਜਾਣਨ ਵਾਲਾ ਹੋਵੇ। ਬਹਿ ਊਚ ਨ ਜਾਮਈ ਕ੍ਰਿਸ਼ੀ ਬੀਜ ਜੋ ਦੇ। ਜਿਸ ਤਰ੍ਹਾਂ ਹਜੂਰ ਕਹਿੰਦੇ, ਜਿਵੇਂ ਟਿੱਬਿਆਂ ਦੇ ਉੱਤੇ ਕੋਈ ਬੀਜ ਬੀਜ ਕੇ ਆਖੇ ਹੁਣ ਮੈਂ ਫਸਲ ਵੱਢ ਲਾਂ, ਤੇ ਬੀਜ ਨੂੰ ਉੱਗਣ ਵਾਸਤੇ ਨਮੀ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਤੇ ਉੱਚੇ ਟਿੱਬੇ ਉੱਤੇ ਕਦੇ ਪਾਣੀ ਨਹੀਂ ਖਲੋਂਦਾ। ਸੋ ਇਸ ਕਰਕੇ ਔਖੀ ਭਾਸ਼ਾ ਨੂੰ ਸਿੱਖ ਲੈਣਾ, ਅਰਥ ਕਰ ਸਕਣੇ ਸ਼ਬਦਾਂ ਦੇ, ਤੇ ਮਨ ਵਿੱਚ ਹੰਕਾਰ ਪੈਦਾ ਹੋ ਜਾਣਾ ਵੀ ਮੈਂ ਇੱਕ ਗੱਲ ਨੂੰ ਸਿੱਧ ਕਰਨ ਵਾਸਤੇ ਇੰਨੀਆਂ ਦਲੀਲਾਂ ਦੇ ਸਕਦਾ ਹਾਂ।
ਮੈਂ ਇੰਨੇ ਗ੍ਰੰਥਾਂ ਦਾ ਗਿਆਨ ਰੱਖਦਾ। ਹਜੂਰ ਕਹਿੰਦੇ ਮਾਲਕ ਦੀ ਨਜ਼ਰ ਵਿੱਚ ਉੱਚਾ ਟਿੱਬਾ ਹੋ ਸਕਦਾ ਹੈ। ਹੰਕਾਰ ਦੇ ਨਾਲ ਭਰਿਆ ਜਿਹਦੇ ਹਿਰਦੇ ਦੇ ਵਿੱਚ ਕਦੀ ਵੀ ਨਾਮ ਦਾ ਕਿਣਕਾ ਉੱਗ ਨਹੀਂ ਸਕਦਾ। ਸੰਸਕ੍ਰਿਤ ਕੀ ਬਾਰਤਾ ਅਪਰ ਸੁਨੋ ਮਨ ਲਾਏ। ਸੋ ਇਸ ਕਰਕੇ ਹਜੂਰ ਕਹਿਣ ਲੱਗੇ ਹੋਰ ਵੀ ਇਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ। ਮਨ ਸਭ ਹੋਏ ਵਿਚਾਰੀਏ ਕਰਵੇ ਪਖ ਵਿਹਾਏ। ਪਰ ਇੱਕ ਸ਼ਰਤ ਹੈ, ਤੁਸੀਂ ਪੱਖਪਾਤ ਨਹੀਂ ਕਰਨਾ। ਐ ਨਿਰਮਲ ਮਨ ਦੇ ਨਾਲ ਸਾਡੀ ਜੋ ਅਸੀਂ ਤੁਹਾਨੂੰ ਸਮਝ ਦੇ ਰਹੇ ਇਹਨੂੰ ਸਰਵਣ ਕਰੋ। ਕਹਿ ਕਹਿ ਕੋ ਅਧਿਕਾਰ ਹਵੈ ਸਭਨ ਸੁਨਾਵਹੁ ਨਾਹੀ। ਹਾਂ, ਜੇ ਕਿ ਅਧਿਕਾਰ ਹੋਏ, ਜਿੰਨੂੰ ਕਿਨੂੰ ਅਧਿਕਾਰ ਹੈ, ਕਿਉਂਕਿ ਵੰਡ ਕੀਤੀ ਹੋਈ ਏ ਵੀ ਸੰਸਕ੍ਰਿਤ ਨੂੰ ਪੰਡਤ ਹੀ ਪੜ ਸਕਦਾ, ਦੂਜਾ ਨਹੀਂ ਪੜ ਸਕਦਾ। ਜਿਹੜਾ ਛਤਰੀ ਉਹ ਸਿਰਫ ਸੁਣ ਸਕਦਾ ਹੈ, ਪੜ ਨਹੀਂ ਸਕਦਾ। ਤੇ ਸ਼ੂਦਰ ਨਾ ਪੜ ਸਕਦਾ ਹੈ ਤੇ ਨਾ ਸੁਣ ਸਕਦਾ ਹੈ। ਜੇ ਭੁੱਲ ਭੁਲੇਖੇ ਸ਼ਬਦ ਕੰਨ ਵਿੱਚ ਪੈ ਵੀ ਜਾਵੇ ਸੰਸਕ੍ਰਿਤ ਦਾ, ਤੇ ਉਸ ਸਮੇਂ ਜਿਹੜਾ ਕਾਨੂੰਨ ਬਣਾਇਆ ਸੀ ਵੀ ਗਰਮ ਸਿੱਕਾ ਲੋਹੇ ਦਾ ਢਾਲ ਕੇ ਉਹਦੇ ਕੰਨ ਵਿੱਚ ਪਾ ਕੇ ਸਦਾ ਲਈ ਬੰਦ ਕਰ ਦਿਓ ਵੀ ਤੂੰ ਦੇਵ ਭਾਸ਼ਾ ਕਿਉਂ ਸੁਣ ਲਈ। ਮਹਾਰਾਜ ਕਹਿੰਦੇ ਦੇਖੋ ਤੁਹਾਡੀ ਭਾਸ਼ਾ ਦੇ ਕਰਕੇ ਰੱਬ ਦੇ ਕਰਮ ਅਨੁਸਾਰ ਤੁਸੀਂ ਕੀ ਪਖੰਡ ਰਚਿਆ ਹੈ। ਵਿੱਚ ਅਧਿਕਾਰਨ ਬੁੱਧ ਵੱਡ ਤੋ ਸਮਝਹਿ ਕਛ ਤਾਹੇ। ਦੂਸਰੀ ਗੱਲ ਇਹ ਹੈ ਵੀ ਜਿਹੜਾ ਪਹਿਲਾਂ ਪੜਿਆ ਹੋਏਗਾ, ਸਿਆਣਪ ਰੱਖਦਾ ਹੋਏਗਾ, ਉਹ ਵੀ ਉਹੀ ਇਸ ਭਾਸ਼ਾ ਨੂੰ ਸਮਝ ਸਕੇਗਾ। ਆਮ ਲੋਕ ਇਸ ਤੋਂ ਬਿਲਕੁਲ ਵੀ ਲਾਹਾ ਨਹੀਂ ਲੈ ਸਕਦੇ, ਨਾ ਪੜ ਸਕਦੇ ਨੇ, ਨਾ ਹੀ ਉਹਨਾਂ ਨੂੰ ਸੁਣਨ ਦਾ ਕੋਈ ਅਧਿਕਾਰ ਹੈ। ਸੁਮਤਵੰਤ ਅਭਿਆਸ ਹੀ ਤੋ ਪਠ ਜਾਣੈ ਸੋਏ। ਫਿਰ ਇਹਦੇ ਵਿੱਚ ਇੱਕ ਹੋਰ ਦੋਸ਼, ਏਡੀ ਔਖੀ ਭਾਸ਼ਾ ਦੇ ਵਿੱਚ ਕੋਈ ਪਹਿਲਾਂ ਬੜਾ ਸਿਆਣਾ ਹੋਵੇ, ਫਿਰ ਉਹ ਵੀ ਬਾਰ-ਬਾਰ ਇਹਦੇ ਗ੍ਰੰਥਾਂ ਨੂੰ ਪੜ੍ਹਨ ਵਾਲਾ ਹੋਵੇ, ਅਭਿਆਸ ਕਰੇ, ਰੋਜ਼ ਵਿਚਾਰੇ, ਸਿਰਫ ਉਹੀ ਇਹਦਾ ਲਾਹਾ ਇਕੱਲਾ ਲੈ ਸਕਦਾ ਹੈ। ਕਰੇ ਅਭਿਆਸ ਕਮਾਏ ਕੋ ਤਿਸ ਕੋ ਫਲ ਤਬ ਹੋ। ਇਹਦੇ ਵਿੱਚੋਂ ਫਲ ਕੱਢਣਾ ਬੜਾ ਔਖਾ ਹੈ। ਰੋਜ਼ ਅਭਿਆਸ ਕਰੇ, ਵਿਚਾਰੇ, ਤੇ ਇੱਕ ਜਾਣਾ ਹੀ ਵਿਚਾਰ ਸਕਦਾ, ਸਾਰਿਆਂ ਨੂੰ ਨਹੀਂ ਸੁਣਾ ਸਕਦਾ, ਕਿਉਂਕਿ ਔਖਾ ਹੈ, ਦੂਜਿਆਂ ਨੇ ਸਮਝਣਾ ਨਹੀਂ, ਤੇ ਇੰਨੀ ਮਗਜ ਖਪਾਈ ਕੌਣ ਕਰੇਗਾ। ਕਹਿਣ ਲੱਗੇ ਦੇਖੋ ਬੰਦਾ ਇੱਕ ਜੀਵਨ ਇੱਕ ਹੀ ਇਹਦੇ ਤੋਂ ਸਵਾਰਿਆ ਜਾ ਰਿਹਾ, ਹੋਰ ਕੋਈ ਲਾਹਾ ਨਹੀਂ। ਲੱਖੋ ਮਹਿ ਨਰ ਪਾਏ ਕੋ ਜੇ ਸਭ ਵਿਦ ਬਨ ਜਾਏ। ਹਾਂ, ਕਹਿਣਗੇ ਲੱਖਾਂ ਉਪਾਏ ਕਰਨ ਤੋਂ ਬਾਅਦ ਵੀ ਜੇ ਸਭ ਵਿਦ ਬਣ ਜਾਏ, ਭਾਵ ਉਹੀ ਸੰਸਕ੍ਰਿਤ ਤੋਂ ਲਾਹਾ ਲੈ ਸਕਦਾ ਹੈ। ਪਹਿਲਾ ਉਪਾਅ ਇਹ ਹੈ ਵੀ ਜਿਹੜਾ ਪੰਡਤ ਦੇ ਘਰ ਵਿੱਚ ਜੰਮਿਆ ਹੋਏਗਾ, ਫਿਰ ਉੱਚੀ ਜਾਤ ਨਾਲ ਸੰਬੰਧ ਰੱਖਦਾ ਹੋਏਗਾ, ਫਿਰ ਉਹਨੂੰ ਕੋਈ ਸਿਖਾਉਣ ਵਾਲਾ ਚੰਗਾ ਗੁਰੂ ਮਿਲ ਜਾਏ। ਮਹਾਰਾਜ ਕਹਿੰਦੇ ਇੰਨੀਆਂ ਵਿਧਾਂ ਬਣ ਗਈਆਂ ਤੇ ਫਿਰ ਕਿਧਰੇ ਇੱਕ ਅੱਧੇ ਮਨੁੱਖ ਦਾ ਕਲਿਆਣ ਹੋਏਗਾ। ਇਸ ਕਰਕੇ ਕੋਈ ਭਾਸ਼ਾ ਨੂੰ ਸੁਰਦੇਵ ਦੀ ਭਾਸ਼ਾ ਦਾ ਰੁਤਬਾ ਦੇਣਾ ਤੇ ਆਖਣਾ ਸਭ ਕੁਝ ਇਹਦੇ ਵਿੱਚ ਹੀ ਹੈ, ਸਾਰਿਆਂ ਦੀ ਕਲਿਆਣ ਇਹਦੇ ਨਾਲ ਨਹੀਂ ਹੋ ਸਕਦੀ। ਆਪਨ ਸ਼੍ਰੇਯ ਸੋ ਕਰ ਸਕਹਿ ਅਪਰਨ ਕੋ ਕਿਆ ਪਾਏ। ਹੋਰ ਕੋਈ ਇਹਦੇ ਤੋਂ ਲਾਹਾ ਨਹੀਂ ਲੈ ਸਕਦਾ। ਇਹ ਤਾਂ ਜਿਹਨੇ ਕੋਈ 15-20 ਸਾਲ ਲਾ ਕੇ ਇਹਨੂੰ ਸਿੱਖਿਆ ਹੋਏਗਾ, ਉਹੀ ਇੱਕ ਜੀਵਨ ਇਹਦੇ ਤੋਂ ਲਾਹਾ ਪ੍ਰਾਪਤ ਕਰੇਗਾ। ਜਥਾ ਕੂਪ ਕੋ ਨੀਰ ਲੈ ਇੱਕ ਨਰ ਬੋਵੇ ਖੇਤ। ਇਹ ਤਾਂ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਿਵੇਂ ਕੋਈ ਕਿਸਾਨ ਇੱਕ ਖੂਹ ਤੋਂ ਪਾਣੀ ਕੱਢ ਕੇ ਸਿਰਫ ਆਪਣੇ ਹੀ ਖੇਤਾਂ ਨੂੰ ਸਿੰਜ ਲਵੇ। ਸਿੰਚਤ ਸ਼ਰਮ ਕਰ ਨਿਤਾ ਪ੍ਰਤ ਤੋ ਕੁਛ ਨਿਜ ਕਰ ਲੇਤ। ਉਹ ਵੀ ਬੜਾ ਔਖਾ ਹੋ ਕੇ ਰੋਜ਼ ਹਲ ਚਲਾਉਂਦਾ ਹੈ, ਰੋਜ਼ ਪਾਣੀ ਕੱਢਦਾ ਹੈ ਖੂਹ ਦਾ। ਇੰਨੀ ਮਸ਼ੱਕਤ ਤੋਂ ਬਾਅਦ ਫਿਰ ਕਿਧਰੇ ਫਸਲ ਪੱਕ ਜਾਵੇ ਤੇ ਥੋੜਾ ਬਹੁਤਾ ਉਹਨੂੰ ਅਨਾਜ ਪ੍ਰਾਪਤ ਹੁੰਦਾ ਹੈ। ਅਬ ਭਾਖਾ ਕੀ ਬਾਤ ਸੁਨ ਸਰਬ ਜਾਤ ਅਧਿਕਾਰ। ਹੁਣ ਦੇਸ ਤੈਨੂੰ ਦੱਸਦੇ ਆ ਸਾਡੀ ਗੁਰਮੁਖੀ ਦੇ ਵਿੱਚ ਕਿੱਡਾ ਵੱਡਾ ਖਜ਼ਾਨਾ ਹੈ। ਇਹਦਾ ਸਭ ਤੋਂ ਵੱਡਾ ਗੁਣ ਹੈ ਕਿ ਇਹ ਸਰਲ ਬਹੁਤ, ਇਹਨੂੰ ਹਰ ਕੋਈ ਪੜ੍ਹ ਸਕਦਾ ਹੈ, ਇਹਨੂੰ ਸਮਝ ਸਕਦਾ ਹੈ। ਲਗ ਦੀਰਘ ਬੁੱਧ ਸਭ ਸੁਨੇ ਸਮਝੈ ਸਾਰੇ ਅਸਾਰ। ਸਾਰੇ ਭਾਵੇਂ ਕਿਸੇ ਦੇ ਕੋਲ ਬੁੱਧੀ ਬਹੁਤ ਹੈ, ਭਾਵੇਂ ਕੋਈ ਅਨਪੜ੍ਹ ਹੈ, ਗਵਾਰ ਹੈ, ਨਹੀਂ ਵੀ ਸਮਝ ਪੈਂਦੀ, ਬਾਣੀ ਦੇ ਸ਼ਲੋਕ ਤਾਂ ਅਨਪੜ੍ਹ ਬਜ਼ੁਰਗਾਂ ਨੂੰ ਵੀ ਯਾਦ ਨੇ। ਕਬੀਰ ਜੀ ਦੇ, ਫਰੀਦ ਜੀ ਦੇ, ਜਿਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ, ਲਿਖਣਾ ਵੀ ਨਹੀਂ ਆਉਂਦਾ, ਉਹਨਾਂ ਅੱਗੇ ਇੱਕ ਸ਼ਲੋਕ ਪੜ੍ਹ ਦਿਓ, ਬਾਕੀ ਸਾਰੇ ਉਹ ਮੂੰਹ ਜ਼ਬਾਨੀ ਸੁਣਾ ਦਿੰਦੇ ਹੁੰਦੇ ਸਨ। ਇੱਥੋਂ ਤੱਕ ਕਿ ਜਹਾਂ ਔਰੰਗਜ਼ੇਬ ਬਾਦਸ਼ਾਹ ਇਹ ਜਦੋਂ ਵਿਦਿਆ ਪੜ੍ਹਦਾ ਸੀ, ਸੁਲਤਾਨਪੁਰ ਲੋਧੀ ਉਦੋਂ ਵਿਦਿਆ ਦਾ ਕੇਂਦਰ ਸੀ।
ਸਾਰੇ ਰਾਜਿਆਂ ਮਹਾਰਾਜਿਆਂ ਦੇ ਬੇਟੇ ਇੱਥੇ ਆ ਕੇ ਸਿੱਖਿਆ ਲੈਂਦੇ ਸਨ। ਗੜ੍ਹ ਸੀ, ਟਕਸਾਲ ਸੀ ਉਸ ਸਮੇਂ ਦੀ। ਉੱਥੇ ਉਹਨੇ ਰਹਿੰਦਿਆਂ ਕਈ ਵਾਰੀ ਗੁਰੂ ਨਾਨਕ ਜੀ ਦੇ ਇਹ ਬਾਣੀ ਦੇ ਸ਼ਬਦ ਆਮ ਸੰਗਤਾਂ ਕੋਲੋਂ ਸੁਣ ਕੇ ਉਹਨੂੰ ਆਪ ਮੁਹਾਰੇ ਯਾਦ ਹੋ ਗਏ ਸਨ। ਇੱਕ ਵਾਰੀ ਜਦੋਂ ਸਿੱਖਾਂ ਦੇ ਨਾਲ ਗੱਲਬਾਤ ਹੋ ਰਹੀ, ਉੱਥੇ ਜਿਹੜੇ ਮੁਲਾਜ਼ਮ ਸਨ ਉਹ ਕਿਸੇ ਦਾ ਫੈਸਲਾ ਕਰਦਿਆਂ ਆਪ ਮੁਹਾਰੇ ਹੱਸ ਕੇ ਉਹਨੇ ਕਹਿ ਦਿੱਤਾ ਸੀ ਕਿ ਚੂਹਾ ਖੱਡ ਨਾ ਮਾਵੇ ਤਿੱਕਲ ਬੰਨੇ ਛੱਜ। ਭਾਵ ਗੁਰੂ ਦੀ ਬਾਣੀ ਇੰਨੀ ਸੁਖੈਨ ਸੀ, ਆਮ ਬੰਦੇ ਨੂੰ ਵੀ ਸਮਝ ਪੈਣ ਵਾਲੀ ਸੀ। ਭਾਵੇਂ ਕਿ ਉਸ ਸਮੇਂ ਸਾਰੇ ਫਾਰਸੀ ਪੜ੍ਹੀ ਜਾਂਦੀ ਸੀ, ਲਿਖੀ ਜਾਂਦੀ ਸੀ, ਸਾਰਾ ਹਿਸਾਬ ਕਿਤਾਬ ਫਾਰਸੀ ਵਿੱਚ ਸੀ, ਪਰ ਗੁਰਮੁਖੀ ਸਖਾਲੀ ਹੋਣ ਕਰਕੇ ਸਾਰਿਆਂ ਨੂੰ ਛੇਤੀ ਕੰਠ ਹੋ ਜਾਂਦੀ ਸੀ। ਬਹੁਤ ਨਹੀਂ ਅਭਿਆਸ ਚਹਿ ਥੋਰਨ ਦਿਨ ਮੈਂ ਜਾਣ। ਮਹਾਰਾਜ ਕਹਿੰਦੇ ਇਹਦਾ ਬੜਾ ਵੱਡਾ ਗੁਣ ਹੈ, ਕੋਈ ਜ਼ਿਆਦਾ ਅਭਿਆਸ ਦੀ ਲੋੜ ਨਹੀਂ, ਥੋੜੇ ਹੀ ਦਿਨਾਂ ਦੇ ਵਿੱਚ ਹਰ ਕੋਈ ਇਹਦਾ ਗਿਆਨ ਪ੍ਰਾਪਤ ਕਰ ਸਕਦਾ ਹੈ। ਊਚ ਨੀਚ ਪਠ ਕਿਦੋਂ ਸੁਨ ਭਗਤ ਕਰੈ ਹਿਤ ਠਾਨ। ਕੋਈ ਵੀ ਉੱਚਾ ਨੀਵਾਂ ਕਿਸੇ ਵੀ ਜਾਤ ਨਾਲ ਸੰਬੰਧ ਰੱਖਣ ਵਾਲਾ ਇਹਨੂੰ ਪੜ੍ਹੇ ਸੁਣੇ ਤੇ ਇਹਦਾ ਲਾਹਾ ਲੈ ਸਕਦਾ ਹੈ। ਸਭ ਪਾਵਹਿ ਕਲਿਆਣ ਕੋ ਜਾਤ ਸਨਾਤ ਅਨੇਕ। ਜਿਵੇਂ ਮਰਜੀ ਕੋਈ ਜਾਤ ਨਾ ਬਰਾਦਰੀ ਨਾ ਅਨੇਕਾਂ ਲੋਕ ਸੰਬੰਧ ਰੱਖਣ ਵਾਲੇ ਵੀ ਜਦੋਂ ਇਸ ਬਾਣੀ ਨੂੰ ਪੜ੍ਹਨਗੇ ਸੁਣਨਗੇ ਉਹ ਕਿਸੇ ਦੇ ਮੁਹਤਾਜ ਨਹੀਂ ਰਹਿਣਗੇ। ਆਪਣੇ ਆਪ ਬਾਣੀ ਉਹਨਾਂ ਨੂੰ ਰਸਤਾ ਵਿਖਾ ਦਿੰਦੀ ਹੈ। ਸਿਮਰਨ ਕਰ ਸਤਨਾਮ ਕੋ ਸਾਰ ਅਸਾਰ ਵਿਵੇਕ। ਜਦੋਂ ਕੋਈ ਇਸ ਬਾਣੀ ਨੂੰ ਪੜ੍ਹ ਕੇ ਸਮਝਦਾ ਹੈ ਤੇ ਸਮਝ ਪੈਂਦੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਹੁਣ ਇਸ ਪੰਕਤੀ ਦੇ ਅਰਥ ਕਰਨ ਦੀ ਤੇ ਲੋੜ ਨਹੀਂ, ਸਿੱਧਾ ਹੀ ਪਤਾ ਲੱਗ ਰਿਹਾ ਬਾਣੀ ਕੀ ਕਹਿ ਰਹੀ ਹੈ। ਸਿਮਰਨ ਕਰ, ਸਿਮਰਨ ਕਰਨ ਦੇ ਨਾਲ ਹੀ ਤੈਨੂੰ ਸੁਖ ਮਿਲੇਗਾ। ਇਹ ਵੱਖਰੀ ਗੱਲ ਹੈ, ਮੈਂ ਰੋਜ਼ ਧਿਆਨ ਨਾ ਦੇਵਾਂ ਤੇ ਇਸ ਪੰਕਤੀ ਨੂੰ ਅਣਜਾਣੇ ਵਿੱਚ ਹੀ ਕੱਢ ਦਿਆਂ, ਸਾਰਾ ਸੁਖ ਨਹੀਂ ਸਭ ਸੰਪੂਰਨ ਹੋ ਜੇ ਪਰ ਮੈਨੂੰ ਸਮਝ ਇੱਕ ਪੰਕਤੀ ਦੀ ਵੀ ਨਾ ਪਵੇ। ਇਹ ਤਾਂ ਫਿਰ ਮੇਰੀ ਕਮਜ਼ੋਰੀ ਹੈ ਨਾ ਵੀ ਪੂਰਾ ਕਰਨਾ ਜਿਵੇਂ ਮਰਜ਼ੀ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਇਸ ਬਾਣੀ ਨੂੰ ਪੜ੍ਹ ਕੇ ਸਤਨਾਮ ਦਾ ਉਪਦੇਸ਼ ਦ੍ਰਿੜ ਕਰਦਾ ਹੈ, ਜਪਦਾ ਹੈ, ਉਹਨੂੰ ਸੁੱਤੇ ਸਿੱਧ ਹੀ ਮੁਕਤੀ ਮਿਲਦੀ ਹੈ। ਜੈਸੇ ਜਲ ਤਰ ਉਮੜ ਕੇ ਵਰਖਾ ਕਰ ਇਕਸਾਰ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬੱਦਲ ਅਸਮਾਨ ਦੇ ਵਿੱਚ ਸਾਰਿਆਂ ਤੇ ਇੱਕ ਸਮਾਨ ਵਰਖਾ ਕਰਦਾ ਹੈ, ਟਿੱਬਿਆਂ ਟੋਇਆਂ ਦੇ ਵਿੱਚ ਇੱਕ ਸਾਰ ਵਰਸਦਾ ਹੈ। ਸੁਧ ਮਲਨ ਉਚ ਨੀਚ ਥਲ ਜਲ ਪ੍ਰਾਪਤ ਪਰਸਾਰ। ਸੁਧ ਨੀਚ ਭਾਵੇਂ ਕੋਈ ਚੰਗੇ ਕਰਮ ਕਰਨ ਵਾਲਾ ਹੈ, ਭਾਵੇਂ ਕੋਈ ਨੀਚ ਹੈ, ਭਾਵੇਂ ਕੋਈ ਬੁੱਧੀਵਾਨ ਹੈ, ਭਾਵੇਂ ਕੋਈ ਅਗਿਆਨੀ ਹੈ, ਬਾਣੀ ਸਾਰਿਆਂ ਦੇ ਉੱਤੇ ਆਪਣਾ ਇੱਕੋ ਜਿਹਾ ਅਸਰ ਕਰਦੀ ਹੈ। ਪਸ ਪੰਛੀ ਸਭ ਥਲ ਵਿਖੈ ਸੁਖ ਪਾਇਓ ਸਭ ਜੀਵ। ਜਿਵੇਂ ਪਸ਼ੂ ਪੰਛੀ ਭਾਵੇਂ ਉੱਡਣ ਵਾਲੇ ਭਾਵੇਂ ਜ਼ਮੀਨ ਤੇ ਰੀਂਗਣ ਵਾਲੇ ਨੇ, ਵਰਖਾ ਇੱਕ ਸਮਾਨ ਸਾਰਿਆਂ ਤੇ ਵਰਸਦੀ ਹੈ, ਇਵੇਂ ਹੀ ਬਾਣੀ ਉੱਚਿਆਂ ਤੇ ਨੀਵਿਆਂ ਤੇ ਅਸਰ ਕਰਦੀ ਹੈ। ਵਣ ਤ੍ਰਿਣ ਹਰੀਆਵਲ ਪਏ ਤਪਤ ਮਿਟੀ ਹਿਤ ਥੀਵ। ਇਹ ਤਾਂ ਸਾਰਿਆਂ ਦੀ ਤਪਤ ਨੂੰ ਦੂਰ ਕਰਨ ਵਾਲੀ ਹੈ, ਭਾਵੇਂ ਜੰਗਲ ਹੈ, ਭਾਵੇਂ ਫਸਲਾਂ ਨੇ, ਭਾਵੇਂ ਕੋਈ ਨਗਰ ਵਿੱਚ ਰਹਿੰਦਾ ਹੈ, ਵਰਸ਼ਾ ਇੱਕ ਸਮਾਨ ਸਾਰਿਆਂ ਤੇ ਵਰਸਦੀ ਏ, ਬਾਣੀ ਇੱਕ ਸਮਾਨ ਸਾਰਿਆਂ ਤੇ ਵਰਸਣ ਵਾਲੀ ਹੈ। ਪੁਰ ਗ੍ਰਾਮਨ ਖੇਤਨ ਵਿਖੈ ਸਭ ਪ੍ਰਮੁਦਤ ਇੱਕ ਸਾਰ। ਔਰ ਇੱਕ ਤਰ੍ਹਾਂ ਇੱਕ ਸਾਰ ਪਿੰਡਾਂ ਖੇਤਾਂ ਸ਼ਹਿਰਾਂ ਦੇ ਵਿੱਚ ਸਾਰਿਆਂ ਨੂੰ ਹਰਿਆਵਲ ਬਖਸ਼ਦੀ ਠੰਡ ਪਾਉਣ ਵਾਲੀ ਹੈ। ਤ੍ਰਿਪਤ ਭਏ ਇੱਕ ਬਾਰ ਹੀ ਜਹ ਕਹਿ ਜੈਕਾਰ। ਹਾਂ, ਸਾਰਿਆਂ ਨੂੰ ਇੱਕ ਸਾਰ ਤ੍ਰਿਪਤੀ ਇੱਕ ਸਮੇਂ ਵਿੱਚ ਤ੍ਰਿਪਤ ਕਰਨ ਵਾਲੀ ਏ। ਬਾਣੀ ਦਾ ਐਸਾ ਸੁਖੈਨ ਤਰੀਕਾ ਹੈ, ਪੜ੍ਹਨ ਦੇ ਕਰਕੇ ਹੰਕਾਰ ਮਨ ਵਿੱਚ ਆ ਜਾਣਾ ਲਾਜ਼ਮੀ ਹੈ, ਹਰ ਇੱਕ ਬੰਦੇ ਦੇ ਵਿੱਚ ਆ ਹੀ ਜਾਂਦਾ ਹੈ। ਭਾਈ ਵੀਰ ਸਿੰਘ ਇਸ ਆਪਣੇ ਦੁੱਖ ਨੂੰ ਇਉਂ ਬਿਆਨ ਕਰਦੇ ਨੇ, ਕਹਿੰਦੇ ਜਦੋਂ ਸ਼ੁਰੂ ਦੇ ਵਿੱਚ ਮੈਂ ਵੀ ਕਿਤਾਬਾਂ ਪੜ੍ਹਦਾ ਸੀ, ਯੂਨੀਵਰਸਿਟੀ ਵਿੱਚ ਪੜ੍ਹਿਆ, ਕਾਲਜ ਵਿੱਚ ਪੜ੍ਹਿਆ, ਬੜੇ ਉੱਚ ਕੋਟੀ ਦੇ ਵਿਦਵਾਨ ਸਨ, ਗੁਰਮੁਖ ਅਭਿਆਸੀ ਸਨ। ਕਹਿਣ ਲੱਗੇ ਮੇਰੇ ਮਨ ਵਿੱਚ ਵੀ ਹੰਕਾਰ ਆ ਗਿਆ ਵੀ ਜੇ ਹੁਣ ਕੋਈ ਮੇਰੇ ਨਾਲ ਕੋਈ ਗੱਲ ਕਰੇ ਕਿਸੇ ਧਰਮ ਦੇ ਵਿਸ਼ੇ ਤੇ, ਬਾਅਦ ਦਲੀਲ ਉਹਨੂੰ ਉਸੇ ਵੇਲੇ ਨੀਵਾਂ ਦਿਖਾ ਦਿਆਂਗਾ ਵੀ ਤੈਨੂੰ ਉਹਨਾਂ ਪਤਾ ਨਹੀਂ ਜਿੰਨਾ ਮੈਂ ਤੁਹਾਡੇ ਧਰਮ ਬਾਰੇ ਜਾਣਦਾ। ਕਹਿੰਦੇ ਅਸਲ ਵਿੱਚ ਨੌਲੇਜ ਵਿੱਚ ਤੇ ਗਿਆਨ ਵਿੱਚ ਇਹੀ ਫਰਕ ਹੈ। ਨੌਲੇਜ ਇਕੱਠੀ ਕੀਤੀ ਜਾ ਸਕਦੀ, ਉਹਨੂੰ ਗਿਆਨ ਨਹੀਂ, ਗਿਆਨ ਆਪਣੇ ਅੰਦਰੋਂ ਨਿਕਲਦਾ ਹੈ। ਉਹੀ ਮੇਰਾ ਅਸਲੀ ਗਿਆਨ ਹੈ, ਮੇਰਾ ਅਨੁਭਵ ਹੈ। ਕਹਿੰਦੇ ਇੱਕ ਦਿਨ ਇੱਕ ਗੁਰਮੁਖ ਦੀ ਸੰਗਤ ਹੋ ਗਈ, ਮੈਂ ਆਪਣੇ ਗਿਆਨ ਦੇ ਹੰਕਾਰ ਨੂੰ ਲੈ ਕੇ ਉਹਨਾਂ ਦੇ ਕੋਲ ਚਲੇ ਗਿਆ। ਉਹ ਬੜੀ ਪਿਆਰੀ ਰੁਬਾਈ ਲਿਖਦੇ ਨੇ, ਸਿਰ ਕੱਚ ਕੌਲ ਬਣਾ ਹੱਥ ਲੀਤਾ ਪੜਿਆ ਦੁਆਰੇ ਫਿਰਿਆ।
ਮੈਂ ਆਪਣੇ ਦਿਮਾਗ ਨੂੰ ਕੌਲਾ ਬਣਾਇਆ ਹੈ। ਦੁਆਰਿਆਂ ਅਦਾਰਿਆਂ ਕਾਲਜਾਂ ਯੂਨੀਵਰਸਿਟੀਆਂ ਤੋਂ ਪੜ੍ਹਦਾ ਰਿਹਾ। ਹਰ ਇੱਕ ਕਿਤਾਬ ਨੂੰ ਫੋਲ ਮਾਰਿਆ, ਪੜ੍ਹਿਆ ਦੁਆਰੇ ਫਿਰਿਆ। ਮੰਗ ਟੁਕ ਇਸ ਵਿੱਚ ਪਾਏ, ਤੁੰਨ ਇਸ ਨੂੰ ਭਰਿਆ। ਮੰਗ ਕੇ ਟੁਕ ਦਾ ਅਰਥ ਹੈ ਕਿਸੇ ਦਾ ਝਾੜਿਆ ਹੋਇਆ ਗਿਆਨ ਮੈਂ ਯਾਦ ਕਰ ਲੈਣਾ, ਵੀ ਆਹ ਕਿਤਾਬ ਪੜ੍ਹ ਕੇ ਇਸ ਚੀਜ਼ ਨੂੰ ਯਾਦ ਕਰ ਲਿਆ, ਹੁਣ ਮੇਰੇ ਨਾਲ ਕੋਈ ਬਹਿਸ ਕਰਕੇ ਦਿਖਾਏ। ਮੰਗ ਟੁਕ ਇਸ ਵਿੱਚ ਪਾਏ, ਤੁੰਨ ਇਸ ਨੂੰ ਭਰਿਆ ਵੇਖ ਅਫਰਿਆ ਸਾਂ ਮੈਂ ਉੱਚਾ ਹੋ ਤੁਰਿਆ। ਇਸ ਗਿਆਨ ਨੂੰ ਦੇਖ ਕੇ ਮੈਂ ਆਫਰ ਗਿਆ। ਚਾਹੀਦਾ ਇਹ ਸੀ ਨਿਮਰਤਾ ਆ ਜਾਂਦੀ, ਸਗੋਂ ਹੰਕਾਰ ਆ ਗਿਆ ਮਨ ਵਿੱਚ ਵੀ ਬੜਾ ਗਿਆਨ ਇਕੱਠਾ ਹੋ ਗਿਆ। ਭਰਿਆ ਵੇਖ ਅਫਰਿਆ ਸਾਂ ਮੈਂ ਜਾਣਾ ਪੰਡਤ ਹੋਇਆ। ਸਮਝ ਲਿਆ ਵੀ ਮੇਰੇ ਵਰਗਾ ਹੁਣ ਗਿਆਨੀ ਪ੍ਰਚਾਰਕ ਕੋਈ ਨਹੀਂ। ਮੈਂ ਬੜੀਆਂ ਕਿਤਾਬਾਂ ਪੜ੍ਹੀਆਂ, ਕੋਈ ਨਾਮ ਤੇ ਲਵੇ ਕਿਸੇ ਗ੍ਰੰਥ ਦਾ, ਬਾਅਦ ਦਲੀਲ ਦੱਸ ਦਿਆਂਗਾ ਇੰਨੇ ਪੰਨੇ ਤੇ ਆਹ ਗੱਲ ਲਿਖੀ ਪਈ ਹੈ। ਭਰਿਆ ਵੇਖ ਅਫਰਿਆ ਸਾਂ ਮੈਂ ਜਾਣਾ ਪੰਡਤ ਹੋਇਆ। ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਦ ਮੂਹਰੇ ਧਰਿਆ। ਦੇਖੋ ਜ਼ਿੰਦਗੀ ਦੀ ਬੜੀ ਵੱਡੀ ਸੱਚਾਈ ਹੈ। ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਲੈ ਕੇ ਆਪਣੀ ਦਿਮਾਗ ਦੀ ਨੌਲੇਜ ਨੂੰ ਅੱਗੇ ਨਹੀਂ ਕਰਨਾ ਵੀ ਮੈਂ ਬਾਅਦ ਦਲੀਲ ਇਹ ਸਿੱਧ ਕਰ ਦਿਆਂਗਾ ਵੀ ਗੁਰੂ ਦੀ ਆਹ ਪੰਕਤੀ ਇਸ ਸਮੇਂ ਹੁਣ ਜ਼ਮਾਨੇ ਵਿੱਚ ਪੂਰੀ ਨਹੀਂ ਉਤਰਦੀ। ਤੂੰ ਗਲਤ ਹੋ ਸਕਦਾ ਤੇਰਾ ਗਿਆਨ ਅਜੇ ਅਧੂਰਾ ਹੋਵੇ। ਇਹ ਬਾਣੀ ਪੂਰੇ ਗੁਰੂ ਕੀ ਹੈ। ਭਰਿਆ ਵੇਖ ਅਫਰਿਆ ਸਾਵੇਂ ਜਾਣਾ ਪੰਡਤ ਹੋਇਆ। ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਦ ਮੂਹਰੇ ਧਰਿਆ। ਜਿਸ ਗੁਰਮੁਖ ਦੀ ਉਹ ਸੰਗਤ ਕਰਦੇ ਸਨ, ਇੱਕ ਦਿਨ ਉਹਦੇ ਸਾਹਮਣੇ ਬੋਲ ਬੈਠੇ। ਆਪਣੇ ਕੋਲੋਂ ਕੋਈ ਗਿਆਨ ਦੱਸਣ ਨੂੰ ਜੀ ਕੀਤਾ, ਬੋਲਿਆ। ਕਹਿਣ ਲੱਗੇ ਜਦੋਂ ਮੁਰਸ਼ਦ ਨੇ ਮੇਰੇ ਬੋਲਾਂ ਨੂੰ ਸੁਣਿਆ, ਝੂਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ। ਕਹਿਣ ਲੱਗੇ ਵੀਰ ਸਿੰਘਾ ਕੀ ਬੋਲੀ ਜਾਣਾ ਹੈ, ਇੰਨੀ ਝੂਠ ਭਰੀ ਮਨ ਦੇ ਵਿੱਚ। ਤੇਰਾ ਕੋਈ ਆਪਣਾ ਅਨੁਭਵ ਹੈ? ਦੂਜਿਆਂ ਦੀਆਂ ਕਿਤਾਬਾਂ ਪੜ੍ਹ ਕੇ ਉਧਾਰਾ ਗਿਆਨ ਲੈ ਕੇ ਝੂਠਾ ਆਪਣੇ ਅੰਦਰ ਭਰਿਆ ਏ। ਕੋਈ ਆਪਣੇ ਅਨੁਭਵ ਦੀ ਗੱਲ ਦੱਸ, ਜੋ ਆਪਣੇ ਅੰਦਰ ਕਦੇ ਕੋਈ ਝਲਕਾਰਾ ਦੇਖਿਆ ਉਹਦੀ ਗੱਲ ਕਰੀ ਮੇਰੇ ਨਾਲ। ਝੂਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ। ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੀ ਲਾਹੀ। ਕਹਿਣ ਲੱਗੇ ਫਿਰ ਉਹਨਾਂ ਆਪਣੀਆਂ ਗੁੱਝੀਆਂ ਰਮਜਾਂ ਦੇ ਨਾਲ ਇਹਨੂੰ ਧੋਤਾ ਵੀ ਜਾ ਸੰਗਤ ਦੇ ਭਾਂਡੇ ਮਾਂਜਿਆ ਕਰ, ਗਰੀਬ ਸੰਗਤਾਂ ਦੇ ਚਰਨ ਝਾੜਿਆ ਕਰ, ਉਹਨਾਂ ਦੇ ਜੋੜੇ ਝਾੜਿਆ ਕਰ। ਕਿਹੜੇ ਗਿਆਨ ਦੀ ਗੱਲ ਕਰਨਾ ਹੈ? ਭਾਈ ਨੰਦ ਲਾਲ ਵੀ ਆਏ ਸਨ, ਬੜੇ ਵੱਡੇ ਗਿਆਨੀ ਸਨ, ਪਰ ਹਜੂਰ ਨੇ ਕਿਹਾ ਪਹਿਲਾਂ ਸੇਵਾ ਕਰ, ਸੰਗਤ ਦੇ ਜੋੜੇ ਝਾੜ, ਤੇਰਾ ਆਪਣਾ ਅਨੁਭਵ ਅਜੇ ਕੋਈ ਨਹੀਂ। ਝੂਠ ਕਰ ਉਸ ਲੁਟਾਇਆ ਖਾਲੀ ਸਾਰਾ ਕਰਿਆ। ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੀ ਲਾਹੀ। ਫਿਰ ਖੁਸ਼ ਹੋ ਕੇ ਕਹਿੰਦੇ ਨੇ ਵੇਖੋ ਇਹ ਕਚਕੌਲ ਲਿਸ਼ਕਿਆ ਕਵਲ ਵਾਂਗ ਫਿਰ ਖਿੜਿਆ। ਆ ਜਿਹੜਾ ਹੁਣ ਗਿਆਨ ਅੰਦਰੋਂ ਪੈਦਾ ਹੋਇਆ ਲਿਸ਼ਕ ਗਿਆ ਅੰਦਰ, ਕਮਲ ਦੀ ਤਰ੍ਹਾਂ ਖਿੜ ਗਏ ਤਾਂ ਆਨੰਦ ਹੀ ਕੁਝ ਹੋਰ ਹੈ। ਇਸ ਗਿਆਨ ਨੂੰ ਲੈਣ ਦੀ ਖਾਤਰ ਅਸੀਂ ਗੁਰੂ ਅੱਗੇ ਝੁਕਨੇ ਆ। ਕਦੀ ਵਿਦਵਤਾ ਦਾ, ਸ਼ਬਦਾਂ ਦੇ ਅਰਥਾਂ ਦਾ ਹੰਕਾਰ ਨਹੀਂ ਕਰਨਾ। ਗੁਰੂ ਸਮਰੱਥ ਹੈ, ਦੇ ਨਾਮੇ ਇੱਕ ਕਣੀ ਗੁਰਮੁਖ ਨੂੰ ਉਧਾਰ ਕਰ ਦਿੰਦਾ ਹੈ। ਇੱਕ ਕਣੀ ਕਰਕੇ ਸਤਿਗੁਰੂ ਕਿਰਪਾ ਕਰੇ, ਸਿੱਖ ਝੁਕਦਾ ਹੋਇਆ ਗੁਰੂ ਅੱਗੇ ਸੋਹਣਾ ਲੱਗਦਾ ਹੈ। ਅਸੀਂ ਹਮੇਸ਼ਾ ਝੁਕ ਕੇ ਰਹਿਣਾ ਹੈ, ਸਿੱਖ ਬਣ ਕੇ ਰਹਿਣਾ ਹੈ, ਸਿੱਖਦੇ ਰਹਿਣਾ ਹੈ। ਇਹੀ ਜ਼ਿੰਦਗੀ ਦਾ ਲਾਹਾ, ਇਹੀ ਸੱਚਾਈ ਹੈ। ਹਜੂਰ ਕਿਰਪਾ ਕਰੇ ਆਉਣ ਵਾਲੇ 2 ਦਿਨਾਂ ਦੇ ਵਿੱਚ ਸ਼ੁੱਕਰਵਾਰ ਔਰ ਸ਼ਨੀਚਰਵਾਰ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾਣਾ ਹੈ। ਤੇ ਹਜੂਰ ਦੇ ਜੀਵਨ ਬਾਬਤ ਕੁਝ ਘਟਨਾਵਾਂ ਸੰਖੇਪ ਰੂਪ ਵਿੱਚ ਕਥਾ ਦੇ ਰੂਪ ਵਿੱਚ ਆਪ ਨਾਲ ਸਰਵ ਸੰਗਤ ਨਾਲ ਸਾਂਝ ਪਏਗੀ। ਆਪ ਜੀ ਨੇ ਇਸੇ ਤਰ੍ਹਾਂ ਕਿਰਪਾ ਕਰਨੀ, ਹਾਜ਼ਰੀਆਂ ਭਰਨੀਆਂ। ਸੋਮਵਾਰ ਇਸ ਇਤਿਹਾਸ ਨੂੰ ਦੁਬਾਰਾ ਲੜੀ ਨੂੰ ਆਰੰਭ ਕੀਤਾ ਜਾਏਗਾ। ਭੁੱਲ ਚੁੱਕ ਦੀ ਖਿਮਾ, ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।